ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਬਹੁਤ ਜਨਮ ਬਿਸਰੇ ਥੇ ਮਾਧੋ ਇਹੋ ਜਨਮ ਤੁਮਹਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਹਵਾਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ। ਹਵਾਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈਹੋ ਹਉ ਪਾਪੀ ਵੱਡ ਗੁਨਹਗਾਰ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ। ਅੰਧਲੇ ਤ੍ਰਿਭੁਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਮਾਨਮੁਖ ਕਾਇਰ ਕਰੂਪ ਹੈ ਬਿਨ ਨਾਵੈ ਨਕ ਨਾਹੇ। ਅਨ ਦਿਨ ਧੰਦੇ ਵਿਆਪਿਆ ਸੁਪਨੇ ਭੀ ਸੁਖ ਨਾਹੇ। ਮਨਮੁਖ ਕਾਇਰ ਕਰੂਪ ਹੈ ਬਿਨ ਨਾਵੈ ਨਕ ਨਾਹੇ। ਅਨ ਦਿਨ ਧੰਦੇ ਵਿਆਪਿਆ ਸੁਪਨੇ ਭੀ ਸੁਖ ਨਾਹੇ। ਨਾਨਕ ਗੁਰਮੁਖ ਹੋਵੈ ਤਾ ਉਬਰਹਿ ਨਾਹੇ ਤਾ ਬੱਧੇ ਦੁਖ ਸਹਾਹੇ। ਮਹੱਲਾ ਤੀਜਾ। ਗੁਰਮੁਖ ਸਦਾ ਦਰ ਸੋਹਣੇ ਗੁਰ ਕਾ ਸ਼ਬਦ ਕਮਾਹੇ। ਅੰਤਰ ਸ਼ਾਂਤ ਸਦਾ ਸੁਖ ਦਰ ਸੱਚੈ ਸੋਭਾ ਪਾਹੇ। ਨਾਨਕ ਗੁਰਮੁਖ ਹਰਿ ਨਾਮ ਪਾਇਆ ਸਹਜੇ ਸਚ ਸਮਾਹਿ ਪੌੜੀ। ਗੁਰਮੁਖ ਪ੍ਰਹਲਾਦ ਜਪ ਹਰਿ ਗਤ ਪਾਈ। ਗੁਰਮੁਖ ਜਨਕ ਹਰਿ ਨਾਮ ਲਿਵ ਲਾਈ। ਗੁਰਮੁਖ ਵਸਿਸ਼ਟ ਹਰਿ ਉਪਦੇਸ਼ ਸੁਣਾਈ। ਬਿਨ ਗੁਰ ਹਰਿ ਨਾਮ ਨਾ ਕਿਨੈ ਪਾਇਆ ਮੇਰੇ ਭਾਈ। ਗੁਰਮੁਖ ਹਰਿ ਭਗਤ ਹਰਿ ਆਪ ਲਹਾਈ। ਬਿਨ ਗੁਰ ਹਰਿ ਨਾਮ ਨਾ ਕਿਨੈ ਪਾਇਆ ਮੇਰੇ ਭਾਈ। ਗੁਰਮੁਖ ਹਰਿ ਭਗਤ ਹਰਿ ਆਪ ਲਹਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪੁੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਨਾਮ ਦੀ ਵਰਖਾ ਹੋ ਰਹੀ ਹੈ। ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਬਖਸ਼ੇ, ਪੰਜ ਬਾਣੀਆਂ ਦੇ ਨਿਤਨੇਮ ਹੋਏ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਗੁਰਮੁਖ ਪਿਆਰੇ ਭਾਈ ਜਸਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਰਾਗੀ ਸਿੰਘਾਂ ਤੋਂ ਆਪ ਜੀ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਸਮੇਤ ਸ਼ਬਦਾਂ ਦੇ ਸਰਵਣ ਕਰਕੇ ਲਾਭ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਵਡਹੰਸਕੀ ਵਾਰ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਲੋਕ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ, ਜਿਨ੍ਹਾਂ ਦੀ ਵਿਚਾਰ ਆਪਾਂ ਰੋਜ਼ ਕਰਦੇ ਹਾਂ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਆਓ ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰੀਏ, ਆਪਣਾ ਭਲਾ ਹੋਵੇ। ਸ਼ਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ। ਮਨਮੁਖ ਕਾਇਰ ਕਰੂਪ ਹੈ, ਬਿਨ ਨਾਵੈ ਨੱਕ ਨਾਹੇ। ਕਹਿੰਦੇ ਜਿਹੜਾ ਮਨਮੁਖ ਹੈ ਉਹ ਕਾਇਰ ਹੈ, ਕਰੂਪ ਹੈ, ਨਾਮ ਨਾ ਜਪਣ ਕਰਕੇ ਉਹਦਾ ਨੱਕ ਨਹੀਂ ਰਹਿੰਦਾ ਪਰਲੋਕ ਵਿੱਚ। ਉਸ ਦਿਨ ਵੀ ਆਪਾਂ ਬੇਨਤੀ ਕੀਤੀ ਸੀ, ਆਪਣੀ ਮਰਜ਼ੀ ਨਾਲ ਆਪਾਂ ਕਿਸੇ ਨੂੰ ਮਨਮੁਖ ਜਾਂ ਗੁਰਮੁਖ ਨਹੀਂ ਕਹਿ ਸਕਦੇ। ਕੁਝ ਇੱਕ ਨਿਸ਼ਾਨੀਆਂ ਹੁੰਦੀਆਂ ਨੇ, ਕੁਝ ਲੱਛਣ ਹੁੰਦੇ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਭਾਈ ਬੰਦਾ ਮਨਮੁਖ ਹੈ ਕਿ ਗੁਰਮੁਖ ਹੈ। ਜਿਵੇਂ ਗੁਰਮੁਖ ਦੇ ਕੁਝ ਲੱਛਣ ਦੱਸੇ ਨੇ, ਕਰਨਾ, ਮੈਤਰੀ, ਮੁਦਤਾ, ਅਪੇਖਿਆ। ਵਿਸ਼ੇਸ਼ ਕਰਕੇ ਇਹ ਚਾਰ ਨਿਸ਼ਾਨੀਆਂ ਗੁਰਮੁਖ ਦੀਆਂ ਦੱਸਦੇ ਭਾਈ। ਜਿਸ ਬੰਦੇ ਦੇ ਹਿਰਦੇ ਵਿੱਚ ਤਰਸ ਹੋਵੇ, ਹਿਰਦਾ ਦਇਆ ਨਾਲ ਭਰਿਆ ਹੋਵੇ, ਸਮਝੋ ਇਹ ਬੰਦਾ ਗੁਰਮੁਖ ਹੈ। ਕਠੋਰ ਨਾ ਹੋਵੇ ਹਿਰਦਾ। ਕਰਨਾ ਦਾ ਅਰਥ ਹੁੰਦਾ ਤਰਸ, ਦਇਆ। ਫਿਰ ਕਹਿੰਦੇ ਮੈਤਰੀ, ਮਿੱਤਰਤਾ ਭਾਵ ਰੱਖਣਾ, ਹਰੇ ਨਾਲ ਵੈਰ ਨਹੀਂ ਰੱਖਣਾ, ਕਿਸੇ ਨਾਲ ਵੈਰ ਭਾਵਨਾ ਨਾ ਹੋਵੇ। ਫਿਰ ਮੁੱਦਤਾ, ਪ੍ਰਸੰਨਤਾ ਰਹਿਣੀ, ਕਿਸੇ ਨੂੰ ਖੁਸ਼ ਦੇਖ ਕੇ ਖੁਸ਼ ਹੋਣਾ, ਕਿਸੇ ਨੂੰ ਸੁਖੀ ਦੇਖ ਕੇ ਪ੍ਰਸੰਨ ਹੋਣਾ, ਕਿਸੇ ਦੀ ਵਡਿਆਈ ਦੇਖ ਕੇ ਚੰਗੀ ਲੱਗਣੀ। ਇਹ ਤੀਸਰੀ ਨਿਸ਼ਾਨੀ ਗੁਰਮੁਖ ਦੀ ਦੱਸੀ। ਤੇ ਚੌਥਾ ਹੈ ਅਪੇਖਿਆ, ਕਿਸੇ ਦਾ ਔਗਣ ਦੇਖ ਕੇ ਅਣਡਿੱਠ ਕਰ ਦੇਣਾ। ਇਵੇਂ ਇਹ ਕੁਝ ਕੁ ਸਾਧ ਸੰਗਤ ਜੀ ਨਿਸ਼ਾਨੀਆਂ ਨੇ ਗੁਰਮੁਖ ਦੀਆਂ। ਇਸੇ ਤਰ੍ਹਾਂ ਕੁਝ ਮਨਮੁਖ ਦੀ ਬਾਬਤ ਵੀ ਨੇ ਬਚਨ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਜਿਹੜਾ ਨਾਮ ਤੋਂ ਟੁੱਟਾ ਹੋਇਆ ਉਹੀ ਮੂਰਖ ਹੈ, ਉਹੀ ਮਨਮੁਖ। ਅੱਜ ਮਹਾਰਾਜ ਜੀ ਨੇ ਪ੍ਰਾਰੰਭਤਾ ਇੱਥੋਂ ਸ਼ਲੋਕ ਦੀ ਕੀਤੀ। ਮਨਮੁਖ ਕਾਇਰ ਕਰੂਪ ਹੈ, ਬਿਨ ਨਾਵੈ ਨੱਕ ਨਾਹੇ। ਕਹਿੰਦੇ ਨਾਮ ਤੋਂ ਖਾਲੀ ਹੋਣ ਕਰਕੇ, ਨਾਮ ਤੋਂ ਬਿਨਾ ਉਹਦੀ ਪਤ ਨਹੀਂ ਰਹਿੰਦੀ ਪਰਲੋਕ ਵਿੱਚ ਮਨਮੁਖ ਦੀ। ਇਸ ਲਈ ਉਸ ਰੂਪ ਤੋਂ ਵਿਹੀਣਾ। ਆਂਦਨ ਧੰਦਾ ਵਿਆਪਿਆ, ਸੁਪਨੇ ਭੀ ਸੁਖ ਨਾਹੇ। ਫਿਰ ਉਹਦੀ ਦੂਸਰੀ ਨਿਸ਼ਾਨੀ ਕਹਿੰਦੇ ਦਿਨੇ ਰਾਤ ਧੰਦਿਆਂ ਵਿੱਚ ਖਚਿਤ ਹੋਏ ਦੀ ਸਾਰੀ ਉਮਰ ਬਤੀਤ ਹੋ ਜਾਂਦੀ, ਤੇ ਸੁਪਨੇ ਮਾਤਰ ਵੀ ਫਿਰ ਉਹ ਆਤਮਿਕ ਸੁੱਖ ਨੂੰ ਪ੍ਰਾਪਤ ਨਹੀਂ ਕਰ ਸਕਦਾ। ਆਂਦਨ ਧੰਦਾ ਵਿਆਪਿਆ। ਹਾਲਾਂਕਿ ਮਹਾਰਾਜ ਨੇ ਧਰਮ ਦੀ ਕਿਰਤ ਕਰਨ ਤੋਂ ਤਾਂ ਕਿਤੇ ਮਨਾ ਨਹੀਂ ਕੀਤਾ। ਗੁਰੂ ਸਾਹਿਬ ਦਾ ਤਾਂ ਉਪਦੇਸ਼ ਹੈ ਵੀ ਕਿਰਤ ਕਰੋ ਭਾਈ। ਪਰ ਜੇ ਦਿਨੇ ਰਾਤ ਸਿਰਫ ਧੰਦੇ ਚੇਤੇ ਰਹਿਣ
ਤੇ ਫਿਰ ਵਿਦਵਾਨ ਪੁਰਸ਼ ਕਹਿੰਦੇ ਧੰਦਾ ਕਿਸੇ ਨਾਲ ਸਾਧਿਆ ਧੰਦੇ ਸਭ ਸਾਧੇ। ਕੰਮ ਨਹੀਂ ਕਦੇ ਕਿਸੇ ਕੋਲੋਂ ਮੁੱਕੇ, ਕੰਮ ਨੇ ਸਾਰੀ ਦੁਨੀਆ ਹੌਲੀ ਹੌਲੀ ਮੁਕਾ ਛੱਡੀ। ਕਿਰਤ ਕਰਨੀ ਕੋਈ ਕਿਰਤ ਨਹੀਂ ਹੁੰਦੀ, ਪਰ ਕਰਤੇ ਦਾ ਚੇਤਾ ਭੁੱਲ ਜਾਣਾ ਮਨਮੁਖਤਾ ਹੀ। ਇਸ ਲਈ ਬਚਨ ਕੀਤਾ, ਆਨ ਦਿਨ ਧੰਦੇ ਵਿਆਪਿਆ, ਦਿਨੇ ਰਾਤ ਧੰਦੇ ਵਿੱਚ ਖਚਿਤ ਹੋਇਆ ਰਹਿੰਦਾ ਮਨਮੁਖ। ਸੁਪਨਾ ਵੀ ਸੁੱਖ ਨਾ ਹੈ, ਤੇ ਫਿਰ ਜੇ ਸੁੱਖ ਲੱਭੇ ਸੁਪਨੇ ਮਾਤਰ ਵੀ ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਵੇਗੀ। ਨਾਨਕ ਗੁਰਮੁਖ ਹੋਵੇ ਤਾਂ ਉਬਰੇ। ਹਾਂ ਕਹਿੰਦੇ ਉਹ ਮਨਮੁਖ ਅਗਰ ਗੁਰਮੁਖ ਬਣ ਜਾਏ ਤੇ ਉਹਦਾ ਬਚਾਅ ਹੋ ਸਕਦਾ। ਉਹੀ ਅਗਰ ਨਾਮ ਨਾਲ ਜੁੜ ਜਾਏ, ਉਹੀ ਧੰਦਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨ ਲੱਗ ਪਵੇ, ਤੇ ਕਹਿੰਦੇ ਫਿਰ ਉਹ ਬਚ ਸਕਦਾ ਭਾਈ। ਨਾਨਕ ਗੁਰਮੁਖ ਹੋਵੇ ਤਾਂ ਉਬਰੇ। ਗੁਰਮੁਖ ਬਣ ਜਾਵੇਗਾ, ਗੁਰਮੁਖਾਂ ਵਾਲੇ ਗੁਣ ਗ੍ਰਹਿਣ ਕਰ ਲਵੇਗਾ। ਉਬਰੇ ਦਾ ਅਰਥ ਹੁੰਦਾ ਬਚ ਜਾਣਾ, ਫਿਰ ਸੰਸਾਰ ਸਮੁੰਦਰ ਤੋਂ ਤਰ ਸਕਦਾ, ਫਿਰ ਬਚ ਜਾਏਗਾ। ਨਾ ਹੈ ਤਾਂ ਬੱਧੇ ਦੁੱਖ ਸੁਹਾਏ, ਕਹਿੰਦੇ ਨਹੀਂ ਤਾਂ ਜਾਮਪੁਰੀ ਵਿੱਚ ਬੰਨਿਆ ਹੋਇਆ ਉਹਨਾਂ ਦੀ ਮਾਰ ਦੇ ਦੁੱਖ ਝੱਲੇਗਾ। ਗੁਰਮੁਖ ਬਣ ਜਾਏਗਾ ਤਾਂ ਬਚਾਅ ਹੋ ਸਕਦਾ, ਨਹੀਂ ਤੇ ਧੰਦਿਆਂ ਵਿੱਚ ਖਚਤ ਹੋਏ ਦੀ ਸਾਰੀ ਜ਼ਿੰਦਗੀ ਬਤੀਤ ਹੋ ਜਾਏਗੀ, ਬਚਾ ਨਹੀਂ ਸਕਦਾ ਕੋਈ। ਮਹੱਲਾ ਤੀਜਾ। ਗੁਰਮੁਖ ਸਦਾ ਦਰ ਸੋਹਣੇ। ਪਹਿਲਾ ਸ਼ਲੋਕ ਮਨਮੁਖ ਦੇ ਲੱਛਣ ਪ੍ਰਗਟ ਕਰਦਾ ਸੀ। ਭਈ ਦਿਨੇ ਰਾਤ ਧੰਦਿਆਂ ਵਿੱਚ ਖਚਤ ਹੋਇਆ, ਪਰਮਾਤਮਾ ਨੂੰ ਚੇਤੇ ਕੋਈ ਨਹੀਂ ਕਰ ਸਕਦਾ, ਸਮਾਂ ਹੀ ਹੈ ਨਹੀਂ, ਇਸ ਲਈ ਜਾਮਪੁਰੀ 'ਚ ਬੱਧਾ ਹੋਇਆ ਦੁੱਖ ਚੱਲਦਾ ਭਾਈ। ਹੁਣ ਅਗਲੇ ਸ਼ਲੋਕ 'ਚ ਤੀਸਰੇ ਪਾਤਸ਼ਾਹ ਕਿਰਪਾ ਕਰਦੇ, ਗੁਰਮੁਖ ਸਦਾ ਦਰ ਸੋਹਣੇ। ਕਹਿੰਦੇ ਜਿਹੜੇ ਗੁਰਮੁਖ ਨੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਸੋਭਨੀਕ ਹੁੰਦੇ, ਉਹ ਸੋਹਣੇ ਲੱਗਦੇ ਪ੍ਰਮਾਤਮਾ ਨੂੰ, ਜਿਨ੍ਹਾਂ 'ਚ ਗੁਰਮੁਖਾਂ ਵਾਲੇ ਗੁਣ ਹੋਣ। ਜੇ ਮਹਾਰਾਜ ਨੇ ਆਖਿਆ ਨਾ, ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸਾਧ ਸੰਗਤ ਵਿੱਚ ਜਿਹੜੇ ਆਣ ਕੇ ਬਹਿੰਦੇ ਨੇ, ਮਹਾਰਾਜ ਦਾ ਬਚਨ ਕਹਿੰਦੇ ਉਹ ਪ੍ਰਮਾਤਮਾ ਨੂੰ ਸੋਹਣੇ ਲੱਗਦੇ ਗੁਰਮੁਖੋ। ਗੁਰਮੁਖ ਸਦਾ ਦਰ ਸੋਹਣੇ, ਗੁਰ ਕਾ ਸ਼ਬਦ ਕਮਾਹੇ। ਕੀ ਨਿਸ਼ਾਨੀ ਉਹਨਾਂ ਦੀ, ਕਿਉਂ ਦਰ ਤੇ ਉਹਨਾਂ ਨੂੰ ਵਡਿਆਈ ਮਿਲਦੀ? ਗੁਰ ਕਾ ਸ਼ਬਦ ਕਮਾਹੇ, ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ। ਕਮਾਈ ਦਾ ਅਰਥ ਹੁੰਦਾ ਘਾਲਣਾ ਘਾਲਣੀ। ਕਿਸੇ ਵੀ ਆਸ ਨੂੰ ਮੁੱਖ ਰੱਖ ਕੇ ਉਹਦੇ ਲਈ ਮਿਹਨਤ ਕਰਨੀ, ਘਾਲਣਾ ਘਾਲਣੀ, ਉਹਨੂੰ ਕਹਿੰਦੇ ਵੀ ਇਹਨੇ ਕਮਾਈ ਕੀਤੀ, ਬੜੀ ਘਾਲਣਾ ਘਾਲੀ ਭਾਈ। ਹੁਣ ਆਪਾਂ ਅਰਦਾਸ ਵਿੱਚ ਕਹਿੰਦੇ ਜਿਨ੍ਹਾਂ ਦੇਗ ਚਲਾਈ ਤੇਗ ਵਾਹੀ ਦੇਖ ਕੇ ਡਿੱਠ ਕੀਤਾ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿਉਂਕਿ ਉਹਨਾਂ ਘਾਲਣਾ ਘਾਲੀ, ਦੇਗਾਂ ਚਲਾਈਆਂ, ਤੇਗਾਂ ਵਾਹੀਆਂ, ਪੰਥ ਲਈ ਕੁਰਬਾਨੀਆਂ ਕੀਤੀਆਂ, ਇੰਨੀ ਘਾਲਣਾ ਘਾਲੀ। ਸਾਰੀ ਸਾਰੀ ਜ਼ਿੰਦਗੀ ਘੋੜਿਆਂ ਦੀਆਂ ਕਾਠੀਆਂ ਤੇ ਲੰਘ ਗਈ ਉਹਨਾਂ ਦੀ, ਜੰਗਲਾਂ ਵਿੱਚ ਸਿਰਫ ਪੰਥ ਦੀ ਖਾਤਰ। ਇੰਨੀ ਵੱਡੀ ਘਾਲਣਾ ਨੂੰ ਫਿਰ ਉਹਨਾਂ ਦੀ ਕਮਾਈ ਆਖਿਆ ਗਿਆ। ਤਾਂ ਕਹਿੰਦੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਗੁਰਮੁਖ ਨੇ ਸ਼ਬਦ ਦੇ ਵਾਸਤੇ ਘਾਲਣਾ ਘਾਲੀ, ਇਹ ਉਹਦੀ ਕਮਾਈ ਬਣ ਗਈ, ਉਹਨਾਂ ਕਮਾ ਲਿਆ। ਫਿਰ ਇਹ ਗੁਰਮੁਖ ਸਦਾ ਦਰ ਸੋਹਣੇ, ਗੁਰ ਕਾ ਸ਼ਬਦ ਕਮਾਹੇ। ਕਹਿੰਦੇ ਗੁਰੂ ਦੇ ਸ਼ਬਦ ਦੀ ਘਾਲਣਾ ਘਾਲ ਕੇ ਕਮਾਈ ਕੀਤੀ ਉਹਨਾਂ ਨੇ। ਜਿਵੇਂ ਮਹਾਰਾਜ ਦਾ ਆਪਾਂ ਸ਼ਲੋਕ ਪੜ੍ਹਦੇ ਹਾਂ, ਜਿਨੀ ਨਾਮ ਤੇ ਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਨਾਲ। ਜਿਨ੍ਹਾਂ ਨੇ ਮਸਕਤ ਘਾਲੀ, ਕਾਹਦੀ ਮਸਕਤ? ਜਿਨੀ ਨਾਮ ਤੇ ਆਇਆ, ਨਾਮ ਧਿਆਉਣ ਦੀ ਘਾਲਣਾ ਜਿਨ੍ਹਾਂ ਨੇ ਘਾਲੀ, ਉਹਨਾਂ ਦੇ ਮੁਖ ਉਜਲੇ ਭਾਈ। ਫਿਰ ਉਹਨਾਂ ਨੂੰ ਇੰਨੀ ਬਰਕਤ ਪ੍ਰਮਾਤਮਾ ਨੇ ਬਖਸ਼ ਦਿੱਤੇ, ਉਹ ਕਈਆਂ ਦਾ ਹੋਰ ਛੁਟਕਾਰਾ ਕਰਨਾ। ਜਿਹੜੇ ਉਹਨਾਂ ਦੀ ਸੰਗਤ ਕਰਨਗੇ ਉਹਨਾਂ ਦਾ ਵੀ ਛੁਟਕਾਰਾ ਹੋ ਜਾਂਦਾ, ਜਿਨ੍ਹਾਂ ਨੇ ਨਾਮ ਦੀ ਘਾਲਣਾ ਘਾਲੀ। ਇਸ ਲਈ ਉਹਨਾਂ ਨੇ ਨਾਮ ਦੀ ਕਮਾਈ ਕੀਤੀ। ਗੁਰ ਕਾ ਸ਼ਬਦ ਕਮਾਹੇ, ਸ਼ਬਦ ਦੀ ਕਮਾਈ ਮਤਲਬ ਸ਼ਬਦ ਦਾ ਜਾਪ, ਸ਼ਬਦ ਵਾਸਤੇ ਅਭਿਆਸ, ਸ਼ਬਦ ਦੀ ਘਾਲਣਾ। ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਹਮਾਨ ਤੰਤਰ ਪੀਏ। ਵਾਰ-ਵਾਰ ਕਿਸੇ ਸ਼ਬਦ ਦਾ ਜਾਪ ਕਰਨਾ, ਇਹ ਉਸ ਸ਼ਬਦ ਦੀ ਕਮਾਈ ਹੈ। ਕਿੰਨਾ ਸਮਾਂ ਸ਼ਬਦ ਵਾਸਤੇ ਘਾਲਣਾ ਘਾਲ ਕੇ ਕਮਾਈ ਕੀਤੀ ਭਾਈ, ਇੰਨਾ ਸ਼ਬਦ ਕਮਾਇਆ। ਕਹਿੰਦੇ ਗੁਰਮੁਖ ਤਾਂ ਪ੍ਰਮਾਤਮਾ ਦੇ ਦਰ ਤੇ ਸੋਭਨੀਕ ਨੇ ਭਾਈ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ। ਅੰਤਰ ਸ਼ਾਂਤ ਸਦਾ ਸੁਖ,
ਕਹਿੰਦੇ ਇਸ ਕਰਕੇ ਉਹਨਾਂ ਦੇ ਅੰਦਰ ਸ਼ਾਂਤੀ ਹੁੰਦੀ, ਸਦੀਵੀ ਸੁੱਖ ਹੁੰਦਾ ਉਹਨਾਂ ਨੂੰ, ਅੰਦਰ ਠੰਡਾ ਰਹਿੰਦਾ। ਸੋਏ ਸੁਨੰਦਰੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ। ਆਮ ਤੌਰ ਤੇ ਮਨਮੁਖ ਬੰਦੇ ਦਾ ਅੰਦਰ ਤਪਦਾ ਰਹਿੰਦਾ ਹਰ ਵੇਲੇ, ਤ੍ਰਿਸ਼ਨਾ ਦੀ ਅੱਗ ਕਰਕੇ, ਈਰਖਾ ਦੀ ਅੱਗ ਕਰਕੇ, ਵਿਕਾਰਾਂ ਦੀ ਅੱਗ ਕਰਕੇ ਹਿਰਦਾ ਤਪਦਾ ਰਹਿੰਦਾ, ਸ਼ਾਂਤੀ ਨਹੀਂ ਆਉਂਦੀ। ਪਰ ਮਹਾਰਾਜ ਦੇ ਬਚਨ ਕਹਿੰਦੇ ਗੁਰਮੁਖ ਦੀ ਇਹ ਨਿਸ਼ਾਨੀ, ਉਹਦਾ ਅੰਦਰ ਠੰਡਾ ਹੁੰਦਾ, ਸ਼ਾਂਤ ਚਿੱਤ, ਅੰਤਰ ਸ਼ਾਂਤ, ਸਦਾ ਸੁਖ। ਕਹਿੰਦੇ ਸਦਾ ਦਾ ਸੁਖ ਹੈ, ਗੁਰਮੁਖ ਦੇ ਅੰਦਰ ਸ਼ਾਂਤੀ ਹੈ। ਦਰ ਸੱਚਾ ਸੋਭਾ ਪਾਹੇ, ਉਸ ਪ੍ਰਮਾਤਮਾ ਦੇ ਸੱਚੇ ਦੇ ਦਰ ਤੇ ਐਸੇ ਸ਼ਾਂਤ ਚਿੱਤ ਗੁਰਮੁਖ ਪਿਆਰੇ ਨੂੰ ਸੋਭਾ ਮਿਲਦੀ, ਵਡਿਆਈ ਦਾ ਸਰੋਪਾ ਮਿਲਦਾ। ਨਾਨਕ ਗੁਰਮੁਖ ਹਰ ਨਾਮ ਪਾਇਆ, ਕਹਿੰਦੇ ਪਰ ਉਹਨਾਂ ਗੁਰਮੁਖਾਂ ਨੇ ਨਾਮ ਦੀ ਪ੍ਰਾਪਤੀ ਕੀਤੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ। ਸਹਿਜੇ ਸੱਚ ਸਮਾਹੇ, ਇਸ ਕਰਕੇ ਸੁਤੇ ਸਿੱਧ ਉਹਨਾਂ ਦੀ ਸਮਾਈ ਸੱਚ ਸਰੂਪ ਪ੍ਰਮਾਤਮਾ ਵਿੱਚ ਹੋ ਜਾਂਦੀ। ਕਿਉਂਕਿ ਸ਼ਬਦ ਦੀ ਕਮਾਈ ਕੀਤੀ, ਸ਼ਬਦ ਵਾਸਤੇ ਘਾਲਣਾ ਘਾਲੀ, ਇਸ ਲਈ ਪ੍ਰਮਾਤਮਾ ਦੇ ਦਰ ਤੇ ਉਹਨਾਂ ਨੂੰ ਵਡਿਆਈ ਮਿਲਦੀ। ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ 'ਚ ਹੀ ਸਮਾਉਂਦੇ। ਸਹਿਜੇ ਸੱਚ ਸਮਾਹੇ, ਉਹਨਾਂ ਦੀ ਸਮਾਈ ਸਰੀਰ ਛੱਡਣ ਤੋਂ ਬਾਅਦ ਵੀ ਗੁਰਮੁਖੋ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਹੀ ਹੁੰਦੀ। ਪੌੜੀ ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੁਝ ਪ੍ਰਮਾਣ ਦੇਣ ਲੱਗੇ ਭਈ ਕਿਹਨਾਂ ਨੇ ਹਰੀ ਦਾ ਨਾਮ ਜਪ ਕੇ ਭਾਈ ਗਤੀ ਪ੍ਰਾਪਤ ਕੀਤੀ। ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ, ਕਹਿੰਦੇ ਗੁਰੂ ਤੋਂ ਉਪਦੇਸ਼ ਲੈ ਕੇ ਉਹਦੀ ਕਮਾਈ ਕਰਕੇ ਪ੍ਰਹਲਾਦ ਨੇ ਗਤੀ ਪ੍ਰਾਪਤ ਕੀਤੀ। ਤੇ ਉਹਦੀ ਗਿਣਤੀ ਫਿਰ ਭਗਤਾਂ 'ਚ ਆਈ, ਗੁਰਮੁਖਾਂ 'ਚ ਹੋਈ। ਆਪਾਂ ਨੂੰ ਪਤਾ ਹਰਨਾਕਸ਼ ਦੇ ਘਰੇ ਪ੍ਰਹਲਾਦ ਨੇ ਜਨਮ ਲਿਆ। ਉਹਦਾ ਪਿਤਾ ਇੰਨਾ ਜ਼ਾਲਮ ਸੀ, ਕਹਿੰਦਾ ਸੀ ਤੂੰ ਪਰਮੇਸ਼ਰ ਨੂੰ ਨਹੀਂ ਜਪਣਾ। ਸਾਰੀ ਨਗਰੀ ਨੂੰ ਹੁਕਮ ਸੀ ਵੀ ਜਲੇ ਹਰੀ ਥਲੇ ਹਰੀ ਨਹੀਂ ਕਹਿਣਾ, ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹਿਣਾ। ਕਿਉਂਕਿ ਕੁਝ ਕੁ ਵਰ ਪ੍ਰਾਪਤ ਕਰਕੇ ਆਪਣੇ ਆਪ ਨੂੰ ਪ੍ਰਮਾਤਮਾ ਸਮਝਣ ਲੱਗ ਪਿਆ। ਪਰ ਐਸੀ ਪ੍ਰਮਾਤਮਾ ਨੇ ਕਲਾ ਵਰਤਾਈ, ਉਹਦੇ ਹੀ ਘਰੇ ਉਹਦਾ ਪੁੱਤਰ ਬਣਾ ਕੇ ਭਗਤ ਪੈਦਾ ਕੀਤਾ, ਜਿਹਨੇ ਆਖਿਆ ਮੈਂ ਤੈਨੂੰ ਨਹੀਂ ਜਪਾਂਗਾ, ਜੇ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਉਸ ਅਕਾਲ ਪੁਰਖ ਨੂੰ ਜਪਾਂਗਾ। ਤੇ ਗੁੱਸੇ ਵਿੱਚ ਆਏ ਨੇ ਫਿਰ ਪ੍ਰਹਲਾਦ ਨੂੰ ਮਾਰਨ ਦਾ ਯਤਨ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਜਲ ਅਗਨੀ ਵਿੱਚ ਘਤਿਆ ਜਲੇ ਨਾ ਡੁੱਬੇ ਗੁਰ ਪ੍ਰਸਾਦ। ਕਹਿੰਦੇ ਇਹਨੂੰ ਪਾਣੀ 'ਚ ਡੂਬ ਕੇ ਮਾਰੋ, ਨਹੀਂ ਮਰਿਆ। ਅੱਗ 'ਚ ਸਾੜ ਕੇ ਮਾਰੋ, ਨਹੀਂ ਮਰਿਆ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਗਤ ਦੀ ਰੱਖਿਆ ਕੀਤੀ। ਅਖੀਰ ਆਪਣੇ ਪੁੱਤਰ ਨੂੰ ਪ੍ਰਮਾਤਮਾ ਦਾ ਨਾਮ ਜਪਣ ਤੋਂ ਵਰਜਦਾ ਆਪ ਮਾਰਿਆ ਗਿਆ ਪਰਮੇਸ਼ਰ ਹੱਥੋਂ। ਪ੍ਰਹਲਾਦ ਦਾ ਕੁਝ ਵਿਗਾੜ ਨਹੀਂ ਸਕਿਆ। ਮਹਾਰਾਜ ਦੇ ਬਚਨ ਨੇ ਕਾਢ ਖੜਗ ਕਾਲ ਪਿਆ ਕੋਪਿਓ, ਮੋਹਿ ਬਤਾਓ ਜੋ ਤੋਹਿ ਰਾਖੈ। ਪੀਤ ਪੀਤੰਬਣ ਤ੍ਰਿਪੁਣ ਧਣੀ, ਥੰਮ ਮਾਹਿਰ ਪਖ। ਕਹਿੰਦੇ ਫਿਰ ਅਖੀਰ ਦੀ ਬਾਕੀ ਥੰਮ ਤੱਤਾ ਕਰਕੇ ਥੰਮ ਦੇ ਕੋਲ ਖਿਲਾਰ ਕੇ ਪ੍ਰਹਲਾਦ ਨੂੰ ਉਹਨੇ ਆਪ ਮਿਆਨ ਚੋਂ ਖੜਗ ਕੱਢੀ ਹਰਨਾਕਸ਼ ਨੇ। ਉਹਨੇ ਆਖਿਆ ਹੁਣ ਤੈਨੂੰ ਮੇਰੇ ਤੋਂ ਕੌਣ ਬਚਾ ਸਕਦਾ, ਮੇਰੇ ਤੋਂ ਦੱਸ ਤੈਨੂੰ ਕੌਣ ਬਚਾਵੇਗਾ। ਕਾਢ ਖੜਗ ਕਾਲ ਪੈ ਕੋਪਿਓ, ਕਹਿੰਦੇ ਕਾਲ ਬਣ ਕੇ ਆਪਣੇ ਪੁੱਤਰ ਨੂੰ ਮਿਆਨ ਚੋਂ ਖੜਗ ਕੱਢ ਕੇ ਕਹਿੰਦਾ ਸੀ ਮੋਹਿ ਬਤਾਓ ਜੋ ਤੋਹਿ ਰਾਖੈ। ਕਹਿੰਦਾ ਹੁਣ ਦੱਸ ਤੈਨੂੰ ਕੌਣ ਬਚਾ ਸਕਦਾ, ਮੇਰੇ ਤੋਂ ਬਚਾ ਸਕਦਾ ਤੈਨੂੰ ਕੋਈ। ਤੇ ਪ੍ਰਹਲਾਦ ਨੇ ਆਖਿਆ ਸੀ ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਹੈ, ਇੱਥੇ ਵੀ ਮੈਨੂੰ ਬਚਾ ਸਕਦਾ। ਜਦੋਂ ਉਹਦਾ ਪਿਤਾ ਮਾਰਨ ਲੱਗਾ ਤਾਂ ਮਹਾਰਾਜ ਦੇ ਬਚਨ ਕਹਿੰਦੇ ਪੀਤ ਪੀਤੰਬਣ ਤ੍ਰਿਪੁਣ ਧਣੀ, ਥੰਮ ਮਾਹਿਰ ਪਖ ਹੈ। ਉਸੇ ਵੇਲੇ ਥੰਮ ਪਾੜ ਕੇ ਉਹਦੇ ਚੋਂ ਨਿਕਲਿਆ, ਨਰਸਿੰਘ ਰੂਪ ਹੋ ਕੇ ਉਹਨੇ ਹਰਨਾਕਸ਼ ਨੂੰ ਆਪਣੀਆਂ ਲੱਤਾਂ ਤੇ ਰੱਖ ਕੇ ਨੌਹਾਂ ਨਾਲ ਚੀਰ ਕੇ ਪਾੜ ਦਿੱਤਾ, ਮਾਰ ਦਿੱਤਾ। ਹਰਨਾਕਸ਼ ਜਿਨ ਨਖੈ ਬਦਾਰਿਓ ਸੁਰ ਨਰ ਕੀਏ ਸੁਨਾਥਾ। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਨਰਸਿੰਘ ਰੂਪ ਹੋਇਆ ਕਿ ਹਰਨਾਕਸ਼ ਜਿਨ ਨਖੈ ਬਦਾਰਿਓ ਨੌਹਾਂ ਨਾਲ ਪਾੜ ਕੇ ਮਾਰ ਦਿੱਤਾ ਸੀ। ਭਗਤੀ ਜੈਜਾਕਾਰ ਪ੍ਰਮਾਤਮਾ ਨੇ ਕਰਾਈ। ਉਹ ਪ੍ਰਮਾਣ ਸੱਚੇ ਪਾਤਸ਼ਾਹ ਨੇ ਤਾਂ ਗੁਰਮੁਖ ਪ੍ਰਹਲਾਦ ਜਪ ਹਰਿ ਗਤ ਪਾਈ। ਕਹਿੰਦੇ ਗੁਰੂ ਤੋਂ ਉਪਦੇਸ਼ ਲੈ ਕੇ ਪ੍ਰਹਲਾਦ ਨੇ ਹਰੀ ਹਰੀ ਜਪ ਕੇ ਗਤੀ ਪ੍ਰਾਪਤ ਕੀਤੀ, ਭਗਤ ਬਣਿਆ। ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਤੇ ਦੂਸਰਾ ਪ੍ਰਮਾਣ ਮਹਾਰਾਜ ਨੇ ਦਿੱਤਾ, ਗੁਰੂ ਤੋਂ ਉਪਦੇਸ਼ ਲੈ ਕੇ ਰਾਜੇ ਜਨਕ ਨੇ ਆਪਣੀ ਲਿਵ ਪ੍ਰਮਾਤਮਾ ਦੇ ਨਾਮ ਚਲਾਈ ਸੀ। ਰਾਜਾ ਜਨਕ ਵੀ ਸਾਧ ਸੰਗਤ ਜੀ ਭਗਤ ਹੋਇਆ ਪਰਮੇਸ਼ਰ ਦਾ।
ਜਿਵੇਂ ਪ੍ਰਹਲਾਦ ਨਾ ਮਹਾਰਾਜ ਜੀ ਨੇ ਜ਼ਿਕਰ ਕੀਤਾ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਕਹਿੰਦੇ ਐਵੇਂ ਪ੍ਰਮਾਤਮਾ ਦਾ ਨਾਮ ਜਪੋ ਜਿਵੇਂ ਧੂ ਤੇ ਪ੍ਰਹਲਾਦ ਨੇ ਜਪਿਆ ਸੀ। ਇਸੇ ਤਰ੍ਹਾਂ ਹੁਣ ਦੂਜਾ ਪ੍ਰਮਾਣ ਦਿੱਤਾ, ਗੁਰਮੁਖ ਪ੍ਰਹਲਾਦ ਜਪ ਹਰਗਤ ਪਾਈ, ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਕਹਿੰਦੇ ਜਿਵੇਂ ਗੁਰੂ ਤੋਂ ਉਪਦੇਸ਼ ਲੈ ਕੇ ਰਾਜੇ ਜਨਕ ਨੇ ਆਪਣੀ ਲਿਵ ਨਾਮ ਵਿੱਚ ਜੋੜੀ ਹੋਈ ਸੀ। ਤੇ ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਭਾਈ ਗੁਰਦਾਸ ਜੀ ਕਹਿੰਦੇ ਬੜਾ ਵੱਡਾ ਭਗਤ ਹੈ ਜਨਕ, ਪਰਮਾਤਮਾ ਦਾ ਭਗਤ ਹੈ, ਗੁਰਮੁਖ ਹੈ। ਤੇ ਦੇਖੋ ਤਖਤ ਤੇ ਬੈਠਾ, ਕਿਸੇ ਉਹ ਰਾਜਾ ਕਿਸੇ ਪਦਾਰਥ ਦੀ ਕਮੀ ਨਹੀਂ, ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਭਾਈ ਗੁਰਦਾਸ ਜੀ ਕਹਿੰਦੇ ਉਹ ਇੰਨਾ ਗੁਰਮੁਖ ਸੀ, ਉਹ ਇਹਦੇ ਰੰਗ ਤਮਾਸ਼ਿਆਂ ਵੱਲੋਂ ਉਦਾਸੀ ਧਾਰਨ ਕਰਕੇ ਰੱਖਦਾ ਸੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ। ਕਹਿੰਦੇ ਜਦੋਂ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਜਦੋਂ ਰਾਜਾ ਜਨਕ ਸਰੀਰ ਛੱਡ ਕੇ ਚੱਲਿਆ ਨਾ ਦੇਵਲੋਕ ਨੂੰ, ਤੇ ਜਿੱਥੇ ਦੇਵਪੁਰੀਆਂ ਨੇ ਉਹਨਾਂ ਦੇ ਰਾਗੀਆਂ ਦੀ ਸਭਾ ਸੀ, ਉਧਰ ਦੀ ਲੰਘਿਆ। ਜੰਪੁਰ ਗਿਆ ਪੁਕਾਰ ਸੁਣ ਵਿਲਾਵਣ ਜੀ ਨਰਕ ਨਿਵਾਸੀ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਕਹਿੰਦੇ ਨੇ ਜਦੋਂ ਉਹ ਉਧਰ ਦੀ ਜਾ ਰਿਹਾ ਸੀ ਨਾ ਦੇਵਪੁਰੀ ਨੂੰ, ਤੇ ਕੁਝ ਲੋਕਾਂ ਦੇ ਵਰਲਾਪ ਕਰਨ ਦਾ, ਚੀਕਾਂ ਮਾਰਨ ਦਾ ਰੌਲਾ ਸੁਣ ਕੇ ਜੰਪੁਰੀ ਨੂੰ ਚਲੇ ਗਿਆ। ਜੰਪੁਰ ਗਿਆ ਪੁਕਾਰ ਸੁਣ ਵਿਲਾਵਣ ਜੀ ਨਰਕ ਨਿਵਾਸੀ। ਵੇਖਿਆ ਨਰਕਾਂ ਵਿੱਚ ਤਾਂ ਬੜੇ ਜੀਵ ਦੁਖੀ ਨੇ ਪਏ, ਇਹ ਤੇ ਇਹ ਵਰਲਾਪ ਕਰਦੇ ਪਏ, ਸਾਰੇ ਨਰਕਾਂ 'ਚ ਪਏ। ਜਦੋਂ ਰਾਜੇ ਜਨਕ ਨੇ, ਕਿਉਂਕਿ ਉਹ ਗੁਰਮੁਖ ਸੀ, ਭਗਤ ਸੀ, ਗੁਰਮੁਖ ਦੀ ਮੈਂ ਆਰੰਭ 'ਚ ਬੇਨਤੀ ਕੀਤੀ, ਗੁਰਮੁਖ ਦੀ ਪਹਿਲੀ ਨਿਸ਼ਾਨੀ ਉਹਦੇ ਹਿਰਦੇ 'ਚ ਤਰਸ ਹੁੰਦਾ, ਦਇਆ ਹੁੰਦੀ, ਉਹਦਾ ਹਿਰਦਾ ਕਠੋਰ ਨਹੀਂ ਹੁੰਦਾ। ਜਦੋਂ ਦੇਖਿਆ ਰਾਜੇ ਜਨਕ ਨੇ ਇੰਨੇ ਦੁਖੀ ਲੋਕ, ਜੰਪੁਰ ਗਿਆ ਪੁਕਾਰ ਸੁਣ ਵਿਲਾਵਣ ਜੀ ਨਰਕ ਨਿਵਾਸੀ, ਧਰਮਰਾਜ ਨੂੰ ਆਖਿਆ ਹੁਣ ਸਭਨਾਂ ਦੀ ਕਰ ਬੰਦ ਖਲਾਸੀ। ਕਹਿੰਦੇ ਉਹਨੇ ਫਿਰ ਧਰਮਰਾਜੇ ਨੂੰ ਆਖਿਆ, ਛੱਡ ਦੇ ਭਾਈ ਇਹਨਾਂ ਨੂੰ, ਸਾਰਿਆਂ ਦੀ ਬੰਦ ਖਲਾਸੀ ਕਰ, ਕਿਉਂ ਇਹਨਾਂ ਦੁਖੀ ਕੀਤਾ ਇਹਨਾਂ ਨੂੰ, ਇੰਨਾ ਦੁੱਖ ਛੱਡ ਕਿਉਂ ਨਹੀਂ ਦਿੰਦਾ। ਧਰਮਰਾਏ ਨੂੰ ਆਖਿਆ ਹੁਣ ਸਭਨਾਂ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮਰਾਏ ਹਉ ਸੇਵਕ ਠਾਕੁਰ ਅਬਨਾਸੀ। ਕਹਿੰਦੇ ਬੇਨਤੀ ਕੀਤੀ ਧਰਮਰਾਜ ਨੇ ਵੀ ਮੈਂ ਨਹੀਂ ਛੱਡ ਸਕਦਾ ਜੀ, ਮੈਂ ਤਾਂ ਸੇਵਕ ਹਾਂ, ਮਾਲਕ ਕੋਈ ਹੋਰ ਹੈ, ਤੇ ਉਸ ਮਾਲਕ ਦੇ ਹੁਕਮ ਵਿੱਚ ਇਹਨਾਂ ਦੇ ਕੀਤੇ ਕਰਮਾਂ ਦਾ ਫਲ ਇਹਨਾਂ ਨੂੰ ਭੁਗਤਾਇਆ ਜਾ ਰਿਹਾ, ਮੈਂ ਕੋਈ ਈਰਖਾ ਕਰਕੇ ਨਰਕਾਂ 'ਚ ਨਹੀਂ ਪਾਏ ਇਹ, ਇਸ ਕਰਕੇ ਮੈਂ ਛੱਡ ਨਹੀਂ ਸਕਦਾ, ਇਹ ਆਪਣੇ ਕਰਮਾਂ ਦਾ ਫਲ ਭੁਗਤਦੇ ਪਏ। ਧਰਮਰਾਏ ਨੂੰ ਆਖਿਆ ਹੁਣ ਸਭਨਾਂ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮਰਾਏ ਹਉ ਸੇਵਕ ਠਾਕੁਰ ਅਬਨਾਸੀ। ਬੇਨਤੀ ਕੀਤੀ ਧਰਮਰਾਏ ਨੇ, ਮੈਂ ਤਾਂ ਸੇਵਕ ਹਾਂ ਜੀ, ਮਾਲਕ ਤਾਂ ਕੋਈ ਹੋਰ ਹੈ, ਉਹਦੇ ਹੁਕਮ ਬਿਨਾਂ ਮੈਂ ਇੱਥੋਂ ਨਹੀਂ ਛੱਡ ਸਕਦਾ ਕਿਸੇ ਨੂੰ। ਫਿਰ ਕਿਵੇਂ ਛੁੱਟ ਸਕਦੇ? ਉਹਨੇ ਕਿਹਾ ਹਾਂ ਇੱਕ ਵਿਧੀ ਹੈ, ਨਾਮ ਦੇ ਬਦਲੇ ਵਿੱਚ ਇਹਨਾਂ ਦਾ ਛੁਟਕਾਰਾ ਹੋ ਸਕਦਾ ਜੇ ਕੋਈ ਨਾਮ ਜਪੇ ਤੇ, ਇਹਨਾਂ ਦੇ ਪ੍ਰਥਾਏ। ਤੇ ਕਹਿੰਦੇ ਫਿਰ ਰਾਜਾ ਜਨਕ ਨੇ, ਭਾਈ ਗੁਰਦਾਸ ਜੀ ਲਿਖਦੇ, ਗਹਿਣੇ ਧਰਿਓ ਨੇ ਇੱਕ ਨਾਉ, ਪਾਪਾਂ ਨਾਲ ਕਰੇ ਨਿਰਜਾਸੀ। ਕਹਿੰਦੇ ਫਿਰ ਨਾਮ ਜਪਿਆ। ਰਾਜਾ ਜਨਕ ਨੇ ਆਖਿਆ, ਲੈ ਆਹ ਜਿਹੜਾ ਨਾਮ ਇਹ ਇਹਨਾਂ ਦੇ ਪ੍ਰਥਾਇਆ, ਇਹਦੇ ਬਦਲੇ ਕੱਢ ਕਿੰਨੇ ਕੁ ਨਿਕਲ ਸਕਦੇ, ਕਿੰਨਿਆਂ ਕੁ ਤੇ ਪਾਪ ਕੱਟੇ ਜਾਣਗੇ ਇਸ ਦੇ ਬਦਲੇ। ਤੇ ਕਹਿੰਦੇ ਨੇ ਉਹ ਤਾਂ ਸਾਰਾ ਨਰਕ ਹੀ ਖਾਲੀ ਹੋ ਗਿਆ। ਜਦੋਂ ਰਾਜੇ ਜਨਕ ਨੇ ਆਖਿਆ ਨਾ ਆ ਨਾਮ ਮੈਂ ਇਹਨਾਂ ਦੇ ਪ੍ਰਥਾਏ ਜਪ ਦਿੱਤਾ, ਇਹਦੇ ਬਦਲੇ ਭਰਾ ਕਰ ਕਿੰਨਿਆਂ ਕੁ ਦਾ ਕਰ ਸਕਦਾ। ਗੁਰਮੁਖ ਨਾਉ ਅਤੁੱਲ ਨਾ ਤੁਲਾਸੀ। ਕਹਿੰਦੇ ਵੀ ਉਹ ਬ੍ਰਹਮ ਗਿਆਨੀ ਸੀ, ਗੁਰਮੁਖ ਸੀ, ਉਹਨੇ ਜਦੋਂ ਨਾਮ ਜਪਿਆ, ਹੁਣ ਉਹ ਨਾਮ ਜਿਹੜਾ ਸਾਧ ਸੰਗਤ ਜੀ ਇਹ ਅਤੁੱਲ ਹੈ, ਕਿਸੇ ਵੀ ਵਸਤੂ ਦੇ ਬਰਾਬਰ ਤੁੱਲ ਨਹੀਂ ਸਕਦਾ। ਇਸ ਕਰਕੇ ਉਹਨੇ ਆਖਿਆ ਇਹਦੇ ਬਦਲੇ ਵੇਖ ਤੋਲ ਕੇ ਕਿੰਨੇ ਕੁ ਭਾਈ, ਕਿੰਨਿਆਂ ਕੁ ਦੇ ਪਾਪ ਕੱਟੇ ਜਾ ਸਕਦੇ। ਨਰਕੋਂ ਛੁੱਟੇ ਜੀ ਜੰਤ ਕਾਟੀ ਗਲੋ ਜੰਮ ਫਾਸੀ। ਭਾਈ ਗੁਰਦਾਸ ਜੀ ਕਹਿੰਦੇ ਸਾਰੇ ਜੀ ਜੰਤ ਨਰਕ ਚੋਂ ਛੁੱਟ ਗਏ ਭਾਈ, ਸਾਰਿਆਂ ਦੇ ਗਲ ਚੋਂ ਜਿਹੜੀ ਫਾਈ ਪਈ ਸੀ ਦੁੱਖਾਂ ਦੀ ਉਹ ਨਿਕਲ ਗਈ, ਕੱਟੀ ਗਈ।
ਮੁਕਤ ਜੁਗਤ ਨਾਵੇ ਕੀ ਦਾਸੀ। ਕਹਿੰਦੇ ਸਾਰੀਆਂ ਮੁਕਤੀ ਦੀਆਂ ਜੁਗਤੀਆਂ ਨਾਮ ਦੀਆਂ ਦਾਸੀਆਂ ਨੇ। ਇਸ ਕਰਕੇ ਨਾਮ ਦੇ ਬਦਲੇ ਜਨਕ ਨੇ ਨਰਕ ਖਾਲੀ ਕਰਵਾ ਦਿੱਤੇ ਸਨ। ਭਾਈ ਗੁਰਦਾਸ ਜੀ ਨੇ ਲਿਖਿਆ, ਕੋਈ ਕੋਲੋਂ ਬਣਾਇਆ ਹੋਇਆ ਪ੍ਰਮਾਣ ਨਹੀਂ, ਉਹਨਾਂ ਬ੍ਰਹਮ ਗਿਆਨੀਆਂ ਦਾ ਲਿਖਿਆ ਹੋਇਆ ਬਚਨ ਹੈ। ਉਹਦਾ ਪ੍ਰਮਾਣ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਜਨਕ ਦਾ ਗੁਰੂ ਸੁਖਦੇਵ ਸੀ, ਤੇ ਸੁਖਦੇਵ ਜੋ ਚੌਥੇ ਪਾਤਸ਼ਾਹ ਨੇ ਆਖਿਆ ਨਾ, ਜੂਠਨ ਜੂਠ ਪਈ ਸਰ ਉੱਪਰ ਖਨ ਮਨੁਆ ਟਿਲ ਨਾ ਡਲਾਵੇ ਗੋ। ਜਦੋਂ ਇਹ ਜਨਕ ਨੂੰ ਜਾ ਕੇ ਮਿਲਿਆ, ਹੈ ਤਾਂ ਗੁਰੂ ਸੀ ਉਹਦਾ, ਪਰ ਇਹਦੇ ਮਨ 'ਚ ਸ਼ੰਕਾ ਆਈ ਵੀ ਸਿੰਘਾਸਨ ਤੇ ਬੈਠਾ ਹੋਇਆ ਬੰਦਾ ਕਿਵੇਂ ਇਹ ਨਿਰਲੇਪ ਹੋ ਸਕਦਾ। ਜਨਕ ਗੁਰੂ ਸੀ ਸੁਖਦੇਵ ਦਾ, ਤੇ ਸ਼ੰਕਾ ਕੀਤਾ ਵੀ ਇਹ ਸਿੰਘਾਸਨ ਤੇ ਬੈਠਾ, ਇੰਨਾ ਮਾਇਆ ਵਿੱਚ ਖਚਿਤ ਹੈ, ਰਾਜ ਭਾਗ ਚਲਾਉਂਦਾ ਪਿਆ, ਇਹ ਕਿਵੇਂ ਗੁਰਮੁਖ ਹੋ ਸਕਦਾ? ਮੇਰੇ ਤੇ ਪਿਤਾ ਨੇ ਇਹਦੇ ਕੋਲੇ ਭੇਜਿਆ। ਫਿਰ ਉਹਨੇ ਸਾਧ ਸੰਗਤ ਜੀ ਆਪਣੀ ਕਲਾ ਨਾਲ ਇਹ ਦਿਖਾਲ ਦਿੱਤਾ ਸੀ ਵੀ ਮੇਰੇ ਨਾਲੋਂ ਖਚਿਤ ਤੂੰ ਜ਼ਿਆਦਾ ਹੈ। ਆਪਣੇ ਮਹੱਲਾਂ ਨੂੰ ਅੱਗ ਲਾ ਕੇ ਆਪ ਸ਼ਾਂਤੀ ਨਾਲ ਬੈਠਾ ਰਿਹਾ, ਤੇ ਜਦੋਂ ਸੁਖਦੇਵ ਭੱਜਣ ਲੱਗਾ, ਉਹਨੇ ਆਖਿਆ ਕਿੱਧਰ ਚੱਲਿਆ? ਕਹਿੰਦਾ ਜੀ ਮੇਰੀ ਤੇ ਚਿੱਪੀ ਉੱਥੇ ਪਈ ਦਰਵਾਜ਼ੇ ਤੇ। ਕਹਿੰਦੇ ਫਿਰ ਦੱਸ ਖਚਿਤ ਮੈਂ ਆ ਕਿ ਤੂੰ? ਮੇਰੇ ਤੇ ਮਹੱਲਾਂ ਨੂੰ ਅੱਗ ਲੱਗੀ, ਮੈਨੂੰ ਕੋਈ ਪ੍ਰਵਾਹ ਨਹੀਂ, ਤੇਰੇ ਕੋਲ ਕੀ ਸੀ ਜਿਹੜਾ ਲੈਣ ਭੱਜ ਪਿਆ? ਫੇਰ ਚਰਨੀ ਪਿਆ, ਆਖਿਆ ਮੇਰੇ ਕੋਲ ਭੁੱਲੋਗੀ, ਮੈਨੂੰ ਬਖਸ਼ੋ। ਤੇ ਉਹਨਾਂ ਕਿਹਾ ਹੁਣ ਏਦਾਂ ਨਹੀਂ, ਪਿਛਲੇ ਪਾਸੇ ਜਾ ਕੇ ਮਹੱਲ ਦੇ ਖੜ ਜਾ, ਜਦੋਂ ਮੈਂ ਆਵਾਜ਼ ਮਾਰਾਂਗਾ ਉਦੋਂ ਆਵੀਂ। ਤੇ ਗੁਰਮੁਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਖਿਆ ਵੀ ਆ ਖਿੜਕੀ ਤੋਂ ਝੂਠੇ ਪੱਤਲ ਸਾਰੇ ਪਿੱਛੇ ਸੁੱਟੋ, ਜਿੱਥੇ ਖਲੋਤਾ ਸੀ ਉਹਦੇ ਸਿਰ 'ਚ ਪੈਂਦੇ। ਚੌਥੇ ਪਾਤਸ਼ਾਹ ਜੀ ਨੇ ਬਚਨ ਕੀਤੇ, ਝੂਠਨ ਝੂਠ ਪਈ ਸਿਰ ਉੱਪਰ ਖਿਨ ਮਨੂਆ ਤਿਲ ਨਾ ਡਲਾਵੇਗਾ। ਕਹਿੰਦੇ ਫਿਰ ਸਾਰੀ ਝੂਠ ਉਹਦੇ ਸਿਰ 'ਚ ਆਣ ਕੇ ਪੈਂਦੀ ਰਹੀ, ਪਰ ਫਿਰ ਅਡੋਲ ਖਲੋਤਾ ਰਿਹਾ, ਕਿਉਂਕਿ ਭਰਮ ਨਾਸ ਹੋ ਗਿਆ ਸੀ, ਸ਼ੰਕਾ ਨਿਕਲ ਗਿਆ। ਫਿਰ ਉਹਨੇ ਆਣ ਕੇ ਆਖਿਆ, ਹਾਂ ਵਾਕਿਆ ਹੀ ਤੁਸੀਂ ਗੁਰਮੁਖ ਜੀ। ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਕਹਿੰਦੇ ਉਹ ਗੁਰੂ ਤੋਂ ਉਪਦੇਸ਼ ਲੈ ਕੇ ਜਨਕ ਨੇ ਪ੍ਰਮਾਤਮਾ ਦੇ ਨਾਮ ਨਾਲ ਲਿਵ ਲਾਈ ਸੀ। ਗੁਰਮੁਖ ਵਸਿਸ਼ਠ ਔਰ ਉਪਦੇਸ਼ ਸੁਣਾਈ, ਤੇ ਵਸਿਸ਼ਠ ਨੇ ਰਾਮਚੰਦਰ ਜੀ ਨੂੰ ਦਿੱਤਾ ਸੀ ਉਪਦੇਸ਼। ਕਹਿੰਦੇ ਉਹਨਾਂ ਨੇ ਗੁਰੂ ਤੋਂ ਉਪਦੇਸ਼ ਲੈ ਕੇ ਅੱਗਿਓਂ ਹੋਰ ਕਿੰਨੇ ਗੁਰਮੁਖਾਂ ਨੂੰ ਉਪਦੇਸ਼ ਸੁਣਾਇਆ। ਵਸਿਸ਼ਠ ਜੀ ਨੇ, ਗੁਰਮੁਖ ਵਸਿਸ਼ਠ ਹਰ ਉਪਦੇਸ਼ ਸੁਣਾਈ। ਬਿਨ ਗੁਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ। ਕਹਿੰਦੇ ਗੁਰੂ ਤੋਂ ਬਿਨਾਂ ਨਾਮ ਅੱਜ ਤੱਕ ਕਿਸੇ ਨੂੰ ਨਹੀਂ ਜੇ ਮਿਲਿਆ ਗੁਰਮੁਖੋ। ਇਹ ਤਿੰਨ ਪ੍ਰਮਾਣ ਦਿੱਤੇ, ਪ੍ਰਹਲਾਦ ਦਾ, ਜਨਕ ਦਾ ਔਰ ਵਸਿਸ਼ਠ ਦਾ। ਇਹਨਾਂ ਨੇ ਵੀ ਕਹਿੰਦੇ ਆਪਣੇ ਗੁਰੂ ਤੋਂ ਉਪਦੇਸ਼ ਲੈ ਕੇ ਗੁਰਮੁਖਾਂ ਵਿੱਚ ਤਾਂ ਇਹਨਾਂ ਦੀ ਗਿਣਤੀ ਆਈ, ਤਾਂ ਇਹਨਾਂ ਨੂੰ ਭਗਤ ਕਹਿੰਦੇ ਨੇ। ਪ੍ਰਹਲਾਦ ਨੂੰ, ਰਾਜੇ ਜਨਕ ਨੂੰ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵੇਸ ਉਦਾਸੀ। ਭਾਈ ਗੁਰਦਾਸ ਜੀ ਨੇ ਕਿਹਾ ਬੜਾ ਵੱਡਾ ਭਗਤ ਸੀ ਰਾਜਾ ਜਨਕ, ਪਰ ਇਸ ਉੱਚੀ ਪਦਵੀ ਨੂੰ, ਇਸ ਸਤਿਕਾਰ ਨੂੰ ਤਾਂ ਹਾਸਲ ਕੀਤਾ ਕਿਉਂਕਿ ਗੁਰੂ ਦੇ ਉਪਦੇਸ਼ ਨੂੰ ਕਮਾਇਆ ਸੀ ਇਹਨਾਂ। ਬਿਨਾਂ ਗੁਰੂ ਦੇ ਬਚਨ ਦੀ ਕਮਾਈ ਕੀਤੇ ਤੋਂ ਪ੍ਰਹਲਾਦ ਭਗਤ ਨਹੀਂ ਬਣਿਆ, ਜਨਕ ਭਗਤ ਨਹੀਂ ਸੀ ਬਣਿਆ। ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਮਹਾਰਾਜ ਤੀਸਰੇ ਪਾਤਸ਼ਾਹ, ਚੌਥੇ ਪਾਤਸ਼ਾਹ ਕਹਿੰਦੇ ਗੁਰਮੁਖੋ, ਤਾਂ ਉਹਨਾਂ ਨੇ ਗੁਰਮੁਖ ਦੀ ਪਦਵੀ ਪ੍ਰਾਪਤ ਕੀਤੀ। ਗੁਰੂ ਤੋਂ ਬਿਨਾਂ ਨਾਮ ਕਿਤੋਂ ਪ੍ਰਾਪਤ ਨਹੀਂ ਹੋ ਸਕਦਾ। ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ। ਕਹਿੰਦੇ ਮੇਰੇ ਭਰਾ ਸੁਣ ਲਓ, ਬਿਨਾਂ ਗੁਰੂ ਤੋਂ ਨਾਮ ਅੱਜ ਤੱਕ ਕਦੀ ਕਿਸੇ ਨੇ ਨਹੀਂ ਜੇ ਪ੍ਰਾਪਤ ਕੀਤਾ, ਕਿਸੇ ਨੂੰ ਨਹੀਂ ਮਿਲਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦਾ ਵੇਦ ਵਿਆਸਾ ਕੋਏ। ਮਹਾਰਾਜ ਦੇ ਬਚਨ ਨੇ। ਕਹਿੰਦੇ ਗੁਰੂ ਤੋਂ ਬਿਨਾਂ ਗਿਆਨ ਹੋ ਸਕਦਾ ਕਿਸੇ ਨੂੰ? ਆਤਮ ਗਿਆਨ, ਬ੍ਰਹਮ ਗਿਆਨ। ਬ੍ਰਹਮੇ ਨੂੰ ਪੁੱਛੋ, ਨਾਰਦ ਨੂੰ ਪੁੱਛੋ, ਭਾਵੇਂ ਵਿਆਸ ਨੂੰ ਪੁੱਛੋ। ਹੁਣ ਆਹ ਜਿਹੜੇ ਤਿੰਨ ਪ੍ਰਮਾਣ ਚੌਥੇ ਪਾਤਸ਼ਾਹ ਜੀ ਨੇ ਦਿੱਤੇ ਨਾ, ਪ੍ਰਹਲਾਦ, ਜਨਕ ਤੇ ਵਸਿਸ਼ਠ, ਉੱਥੇ ਜਿਹੜੇ ਮਹਾਰਾਜ ਨੇ ਪ੍ਰਮਾਣ ਦਿੱਤੇ, ਉਹ ਕਹਿੰਦੇ ਤੁਸੀਂ ਨਾਰਦ ਨੂੰ ਪੁੱਛ ਲਓ, ਬ੍ਰਹਮੇ ਨੂੰ ਪੁੱਛ ਲਓ, ਵਿਆਸ ਨੂੰ ਪੁੱਛ ਲਓ। ਹੁਣ ਜੇ ਮਹਾਰਾਜ ਜੀ ਦੀ ਬਾਣੀ ਦੀ ਪੰਕਤੀ ਨਾ ਹੋਵੇ, ਇਹਨਾਂ ਦਾ ਨਾਮ ਲੈਣ ਕਰਕੇ ਸ਼ਾਇਦ ਸਾਡੇ ਮਨ 'ਚ ਸ਼ੰਕਾ ਆਵੇ ਵੀ ਲਓ ਇਹਨਾਂ ਦਾ ਨਾਮ ਲੈਣ ਦੀ ਕੀ ਲੋੜ, ਹੋਰ ਬਥੇਰੇ ਗੁਰਸਿੱਖ ਆ, ਪ੍ਰਮਾਣ ਉਹਨਾਂ ਦਾ ਦੇ ਸਕਦੇ ਆਪਾਂ। ਪਰ ਮਹਾਰਾਜ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਆਪਣੇ ਆਪ ਵਿੱਚ ਬਹੁਤ ਵੱਡੇ ਤੇ ਪੂਜਨੀਕ ਸੀ। ਕਹਿੰਦੇ ਪ੍ਰਹਲਾਦ ਨੂੰ ਪੁੱਛ ਲਓ, ਜਨਕ ਨੂੰ ਪੁੱਛ ਲਓ, ਵਸਿਸ਼ਠ ਨੂੰ ਪੁੱਛੋ ਵੀ ਗੁਰੂ ਤੋਂ ਬਿਨਾਂ ਕਲਿਆਣ ਹੋ ਸਕਦੀ ਹੈ? ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ, ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਗੁਰਮੁਖ ਵਸਿਸ਼ਠ ਹਰ ਉਪਦੇਸ਼ ਸੁਣਾਈ। ਵਸਿਸ਼ਠ ਜੀ ਕਹਿੰਦੇ ਰਾਮਚੰਦਰ ਦੇ ਗੁਰੂ ਸਨ।
ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ। ਕਹਿੰਦੇ ਭਰਾਓ ਜਿੱਥੇ ਮਰਜ਼ੀ ਯਤਨ ਕਰੋ, ਗੁਰੂ ਤੋਂ ਬਿਨਾਂ ਨਾਮ ਪ੍ਰਾਪਤ ਨਹੀਂ ਹੋ ਸਕਦਾ। ਭਾਈ ਜੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦਾ ਵੇਦ ਵਿਆਸਾ ਕੋਈ। ਕਹਿੰਦੇ ਵਿਆਸ ਨੂੰ ਪੁੱਛੋ, ਬ੍ਰਹਮੇ ਨੂੰ ਪੁੱਛੋ, ਨਾਰਦ ਨੂੰ ਪੁੱਛੋ, ਭਈ ਗੁਰੂ ਤੋਂ ਬਿਨਾਂ ਪਾਰ ਉਤਾਰਾ ਹੋ ਸਕਦਾ? ਗੁਰੂ ਸਾਹਿਬ ਕਹਿੰਦੇ ਨਹੀਂ ਹੋ ਸਕਦਾ। ਲੋਕ ਇਹਨਾਂ ਨੂੰ ਰੱਬ ਮੰਨੀ ਬੈਠੇ, ਬ੍ਰਹਮੇ ਨੂੰ, ਨਾਰਦ ਨੂੰ। ਉਹ ਕਹਿੰਦੇ ਇਹਨਾਂ ਦਾ ਵੀ ਗੁਰੂ ਤੋਂ ਬਿਨਾਂ ਨਹੀਂ ਗੁਜ਼ਾਰਾ ਹੋਇਆ। ਨਾਮ ਪੂਰੇ ਗੁਰੂ ਤੋਂ ਬਿਨਾਂ ਕੋਈ ਦੇ ਨਹੀਂ ਸਕਦਾ, ਅਧਿਕਾਰ ਹੀ ਨਹੀਂ ਕਿਸੇ ਕੋਲ। ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਕਹਿੰਦੇ ਜਿਨ੍ਹਾਂ ਨੂੰ ਇਹ ਜਿਹੜੇ ਉੱਪਰ ਭਗਤ ਗਿਣੇ ਨਾ, ਗੁਰਮੁਖ ਪ੍ਰਹਲਾਦ ਜਪ ਹਰਗਤ ਪਾਈ, ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਚੌਥੇ ਪਾਤਸ਼ਾਹ ਕਹਿੰਦੇ ਇਹ ਗੁਰਮੁਖ ਇਹ ਤਾਂ ਭਗਤ ਬਣੇ, ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਤੇ ਕਿਰਪਾ ਕੀਤੀ, ਕਿਸੇ ਗੁਰੂ ਨੇ ਇਹਨਾਂ ਨੂੰ ਉਪਦੇਸ਼ਿਆ, ਉਸ ਗੁਰੂ ਦੇ ਬਚਨ ਦੀ ਕਮਾਈ ਕਰਕੇ ਇਹਨਾਂ ਦੀ ਗਿਣਤੀ ਭਗਤਾਂ ਚ ਆਈ। ਇਹਨਾਂ ਨੂੰ ਭਗਤੀ ਦੀ ਦਾਤ ਆਪ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਦੇ ਰਾਹੀਂ। ਗੁਰਮੁਖ ਹਰ ਭਗਤ ਹਰ ਆਪ ਲਹਾਈ। ਲਹਾਈ ਦਾ ਅਰਥ ਹੁੰਦਾ ਲੱਭਣਾ। ਇਹਨਾਂ ਨੂੰ ਭਗਤੀ ਕਿੱਥੋਂ ਲੱਭੀ? ਗੁਰੂ ਸਾਹਿਬ ਜੀ ਦੇ ਚਰਨਾਂ ਚੋਂ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ। ਅਗਲੇ ਸ਼ਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ, ਭਾਈ ਜਿਨ੍ਹਾਂ ਨੂੰ ਸਤਿਗੁਰੂ ਤੇ ਭਰੋਸਾ ਨਾ ਹੋਵੇ, ਜਿਨ੍ਹਾਂ ਦੀ ਪ੍ਰਤੀਤ ਵੱਜੀ ਨਹੀਂ ਗੁਰੂ ਤੇ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ। ਸ਼ਬਦ ਨਾਲ ਕੋਈ ਪ੍ਰੇਮ ਨਹੀਂ ਲੱਗਾ, ਕਿਉਂਕਿ ਗੁਰੂ ਸਾਹਿਬ ਤੇ ਭਰੋਸਾ ਹੀ ਨਹੀਂ ਆਇਆ। ਬਲਕਿ ਜਦੋਂ ਮੱਤ ਪੁੱਠੀ ਹੋਵੇ, ਮਹਾਰਾਜ ਦੇ ਹਰ ਬਚਨ ਤੇ ਹਰ ਕੌਤਕ ਦੇ ਉੱਤੇ ਸਾਧ ਸੰਗਤ ਦੀ ਫਿਰ ਕਿੰਤੂ ਫੁਰਦਾ। ਇਹ ਕਿੱਦਾਂ ਹੋ ਸਕਦਾ ਜੀ? ਮੰਨ ਲਓ ਆਪਾਂ ਨੂੰ ਕੋਈ ਇਤਿਹਾਸਕਾਰ, ਕੋਈ ਗੁਰਮੁਖ ਸੁਣਾਉਂਦਾ ਜੀ ਵੀ ਵਲੀ ਕੰਧਾਰੀ ਨੇ ਪੱਥਰ ਰੇੜ ਦਿੱਤਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਤੇ, ਸੱਚੇ ਪਾਤਸ਼ਾਹ ਜੀ ਨੇ ਆਉਂ ਪੰਜਾ ਲਾ ਕੇ ਰੋਕ ਲਿਆ। ਜੇ ਮੱਤ ਪੁੱਠੀ ਆ ਤੇ ਫਿਰ ਮਨ ਚ ਕਿੰਤੂ ਫਿਰ ਪੰਜੇ ਨਾਲ ਕਿੱਦਾਂ ਪੱਥਰ ਰੋਕ ਸਕਦਾ ਵੀ? ਇਹ ਤਾਂ ਐਵੇਂ ਗੱਲਾਂ ਬਣਾ ਲਈਆਂ। ਅਸਲ ਵਿੱਚ ਗੁਰੂ ਸਾਹਿਬ ਸਾਧ ਸੰਗਤ ਜੀ ਸਮਰੱਥ ਨੇ ਗੁਰੂ ਨਾਨਕ ਦੇਵ ਮਹਾਰਾਜ ਵਾਸਤੇ, ਕਿਉਂਕਿ ਉਹ ਅਗਲੇ ਬੰਨੇ ਵੀ ਵਲੀ ਸੀ। ਵਲੀ ਕਰਾਮਾਤੀ ਨੂੰ ਕਹਿੰਦੇ ਆ। ਕੰਧਾਰ ਤੋਂ ਆਣ ਕੇ ਉੱਥੇ ਵਸਿਆ ਹੋਇਆ ਹਸਨ ਅਬਦਾਲ। ਮੈਂ ਉਹ ਜਗ੍ਹਾ ਤੇ ਦਰਸ਼ਨ ਕੀਤੇ, ਜਿਨ੍ਹਾਂ ਗੁਰਮੁਖਾਂ ਨੇ ਦੇਖੀ ਉਹ ਜਗ੍ਹਾ। 3 ਮੀਲ ਦੀ ਸਿੱਧੀ ਚੜ੍ਹਾਈ ਆ ਉੱਪਰ, ਉਹਦੇ ਜਾਣਾ ਹੋਵੇ ਵਲੀ ਕੰਧਾਰੀ ਦੇ ਦੇਖਣ, ਉਹ ਜਿੱਥੋਂ ਉਹਨੇ ਪੱਥਰ ਰੇੜਿਆ ਸੀ। ਉਹਨੇ ਵੀ ਆਪਣੀ ਸ਼ਕਤੀ ਨਾਲ ਰੇੜਿਆ ਸੀ, ਧੱਕਾ ਮਾਰ ਕੇ ਨਹੀਂ ਸੀ ਰੇੜਿਆ। ਕਿਉਂਕਿ ਜਿੱਥੇ ਮਹਾਰਾਜ ਥੱਲੇ ਬੈਠੇ ਆ, ਜਿੱਥੇ ਹੁਣ ਪੰਜਾ ਸਾਹਿਬ ਗੁਰਦੁਆਰਾ ਹੈ, ਉੱਥੋਂ ਸਿੱਧੀ 3 ਮੀਲ ਦੀ ਉੱਪਰ ਨੂੰ ਪਹਾੜੀ ਚੜ੍ਹਨੀ ਪੈਂਦੀ, ਸਿੱਧੀ ਚੜ੍ਹਾਈ, ਜਿਵੇਂ ਆਪਾਂ ਹੇਮਕੁੰਟ ਸਾਹਿਬ ਜਾਂਦੇ। ਉੱਥੋਂ ਉਹਨੇ ਜਿਹੜਾ ਪੱਥਰ ਰੇੜਿਆ ਸੀ, ਕਿਸੇ ਹਾਲਤ ਵਿੱਚ ਵੀ ਸਿੱਧਾ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਨਹੀਂ ਆ ਸਕਦਾ, ਕਿਉਂਕਿ ਉਹ ਬਿਲਕੁਲ ਰਸਤਾ ਉਬੜ ਖਾਬੜ ਜਿਹਾ ਪਹਾੜੀ ਜਿਹੜੀ। ਜੇ ਉਹ ਉੱਪਰੋਂ ਉਹਨੇ ਏਡਾ ਵੱਡਾ ਭਾਰਾ ਪੱਥਰ ਸਿੱਧਾ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਭੇਜਿਆ, ਤੇ ਉਹਨੇ ਵੀ ਆਪਣੀ ਕਲਾ ਨਾਲ ਹੀ ਭੇਜਿਆ ਸੀ, ਤੇ ਅੱਗੇ ਗੁਰੂ ਸਾਹਿਬ ਜੀ ਨੇ ਆਪਣੀ ਕਲਾ ਨਾਲ ਹੀ ਰੋਕਿਆ ਉਹਨੂੰ। ਤਾਂ ਆਣ ਕੇ ਮਹਾਰਾਜ ਦੇ ਚਰਨੀ ਪਿਆ ਸੀ, ਪਤਾ ਲੱਗ ਗਿਆ ਮੇਰੇ ਤੋਂ ਵੱਡੇ ਨੇ ਇਹ ਵਲੀ। ਤਾਂ ਹੀ ਉਹਨੂੰ ਕਹਿੰਦੇ ਸੀ, ਮਤਲਬ ਕਰਾਮਾਤੀ ਸੀ ਉਹ ਬੰਦਾ, ਉਹਦੇ ਕੋਲ ਕੋਈ ਸ਼ਕਤੀ ਸੀ। ਤਾਂ ਹੀ ਸਾਰੇ ਨਗਰ ਦਾ ਪਾਣੀ ਇਕੱਠਾ ਕਰਕੇ ਰੋਕਿਆ ਸੀ ਉਹਨੇ ਆਪਣੇ ਕੋਲ, ਦਿੰਦਾ ਨਹੀਂ ਸੀ ਕਿਸੇ ਨੂੰ ਘੁੱਟ ਪਾਣੀ ਦੀ। 3 ਵਾਰ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਵੀ ਜੇ ਪਿਆਸ ਲੱਗੀ ਉਹਦੇ ਕੋਈ ਜਾਣਾ ਪੈਣਾ, ਕਿਉਂਕਿ ਪਾਣੀ ਹੈ ਨਹੀਂ ਕਿਤੇ, ਸਾਰੇ ਲੋਕ ਉਹ ਤੋਂ ਹੀ ਲੈਂਦੇ ਆ। ਤੇ 3 ਵਾਰ ਉਹਨੇ ਭਾਈ ਮਰਦਾਨਾ ਜੀ ਨੂੰ ਮੋੜ ਦਿੱਤਾ। ਉਹਨੇ ਕਿਹਾ ਤੂੰ ਕਾਫਰ ਬੰਦੇ ਦਾ ਚੇਲਾ ਬਣਿਆ ਫਿਰਦਾ, ਮੁਸਲਮਾਨ ਹੋ ਕੇ ਤੈਨੂੰ ਤੇ ਪਾਣੀ ਦੀ ਘੁੱਟ ਹੀ ਨਹੀਂ ਦੇਣੀ ਚਾਹੀਦੀ। ਭਾਈ ਮਰਦਾਨੇ ਨੇ ਆਖਿਆ ਜਿਨ੍ਹਾਂ ਨੂੰ ਕਾਫਰ ਕਹਿੰਦਾ ਉਹ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ ਸਰੂਪ ਨੇ, ਨੂਰ ਨੇ, ਚਾਨਣ ਹੈ ਸਾਰੀ ਸ੍ਰਿਸ਼ਟੀ ਨੂੰ, ਉਹ ਚਾਨਣ ਬਖਸ਼ਣ ਵਾਲੇ ਆ, ਜਾਂ ਮੈਂ ਤੇਰੇ ਤੋਂ ਪਾਣੀ ਪੀਣਾ ਹੀ ਨਹੀਂ। ਫਿਰ ਉਹਨਾਂ ਨੇ ਆਣ ਕੇ ਆਖਿਆ ਸੀ ਮਹਾਰਾਜ ਐਡਾ ਹੰਕਾਰੀ ਬੰਦਾ, ਇੰਨੀ ਵਿਗੜੀ ਮੱਤ ਵਾਲਾ, ਮੈਨੂੰ ਪਾਣੀ ਦੀ ਘੁੱਟ ਤੁਸੀਂ ਘੜੀ ਮੁੜੀ ਕਹਿੰਦੇ ਉਹਦੇ ਕੋਲ ਜਾ। ਜੇ ਮੈਨੂੰ ਬਚਾਉਣਾ, ਮੇਰੀ ਪਿਆਸ ਮਿਟਾਉਣੀ, ਤੇ ਆਪ ਕੋਈ ਪਾਣੀ ਦਾ ਪ੍ਰਬੰਧ ਕਰੋ। ਉਹ ਪਾਣੀ ਨਹੀਂ ਦਿੰਦਾ ਪਿਆ। ਫਿਰ ਮਹਾਰਾਜ ਨੇ ਆਖਿਆ ਸੀ ਲੈ ਚੱਕ ਇੱਥੋਂ ਪੱਥਰ ਤੇ ਇੱਥੋਂ ਪੀ ਲਾ ਭਾਈ। ਉਹਦਾ ਹੀ ਪਾਣੀ ਖਿੱਚਿਆ ਮਹਾਰਾਜ ਨੇ ਸਾਰਾ। ਗੁੱਸੇ ਚ ਆਏ ਨੇ, ਫਿਰ ਉਹਨੇ ਆਪਣਾ ਉਹ ਪੱਥਰ ਮਹਾਰਾਜ ਵੱਲ ਭੇਜਿਆ ਸੀ, ਤੇ ਕੋਈ ਧੱਕਾ ਮਾਰ ਕੇ ਨਹੀਂ ਸੀ ਭੇਜਿਆ, ਆਪਣੀ ਸ਼ਕਤੀ ਨਾਲ ਭੇਜਿਆ ਸੀ ਵੀ ਪੱਥਰ ਥੱਲੇ ਦੇ ਕੇ ਮਾਰਦਾ ਮਹਾਰਾਜ। ਤੇ ਅੱਗੇ ਗੁਰੂ ਸਾਹਿਬ ਨੇ ਉਹ ਤੋਂ ਵੱਧ ਸ਼ਕਤੀ ਵਿਖਾਈ ਕਲਾ, ਫਿਰ ਆਣ ਕੇ ਚਰਨਾਂ ਤੇ ਡਿੱਗਾ। ਮਹਾਰਾਜ ਨੇ ਉਹ ਪੱਥਰ ਹੀ ਰੋਕ ਲਿਆ। ਪਰ ਜੇ ਮੱਤ ਸਿੱਧੀ ਨਾ ਹੋਵੇ ਫਿਰ ਸਾਨੂੰ ਕਿੰਤੂ ਫੁਰੇਗਾ ਜੀ, ਇਹ ਕਿੱਦਾਂ ਹੋ ਸਕਦਾ, ਪੱਥਰ ਕਿੱਦਾਂ ਰੋਕ ਸਕਦਾ ਜੀ। ਫਿਰ ਜਦੋਂ ਉਹਨੇ ਵੇਖਿਆ ਵੀ ਇਹ ਤਾਂ ਮਹਾਰਾਜ ਨੇ ਰੋਕ ਲਿਆ, ਫਿਰ ਥੱਲੇ ਉਤਰਿਆ ਉਹ, ਆਣ ਕੇ ਮਹਾਰਾਜ ਨੂੰ ਨਮਸਕਾਰ ਕੀਤੀ। ਕਈ ਘੰਟੇ ਚਰਚਾ ਚੱਲੀ ਫਿਰ ਮਹਾਰਾਜ ਨਾਲ ਉਹਦੀ। ਫਿਰ ਮਹਾਰਾਜ ਨੇ ਆਖਿਆ ਜੇ ਤੇਰੇ ਕੋਲ ਕੋਈ ਕਲਾ ਹੈ ਤੇ ਪਰਉਪਕਾਰੀ ਹੋਣਾ ਚਾਹੀਦਾ, ਤੂੰ ਇੰਨਾ ਕਠੋਰ ਹੈ ਵੀ ਕਿਸੇ ਪਿਆਸੇ ਨੂੰ ਪਾਣੀ ਨਹੀਂ ਦੇ ਸਕਦਾ। ਫਿਰ ਉਹਨੇ ਮਾਫੀ ਮੰਗੀ। ਪਰ ਪ੍ਰਤੀਤ ਤਾਂ ਆਵੇਗੀ ਕਿਉਂਕਿ ਮਹਾਰਾਜ ਦਾ ਬਚਨ ਆ ਗਿਆ, ਸਤਿਗੁਰ ਕੀ ਪ੍ਰਤੀਤ ਨਾ ਆਈ ਆ। ਗੁਰੂ ਉੱਤੇ ਭਰੋਸਾ
ਜੇ ਮੱਤ ਚੰਗੀ ਨਾ ਹੋਵੇ ਨਹੀਂ ਵੱਜਦਾ ਹੁੰਦਾ, ਫਿਰ ਨਹੀਂ ਵੱਜਦਾ। ਕਹਿੰਦੇ ਖੋਟੀ ਮੱਤ ਕਰਕੇ ਮਹਾਰਾਜ ਤੇ ਪ੍ਰਤੀਤ ਨਹੀਂ ਆਈ। ਸ਼ਬਦ ਨਾ ਲਾਗੋ ਭਾਓ, ਸ਼ਬਦ ਭਾਵ ਹੁੰਦਾ ਪ੍ਰੇਮ। ਕਹਿੰਦੇ ਪ੍ਰਤੀਤ ਨਾ ਹੋਣ ਕਰਕੇ ਸ਼ਬਦ ਵਿੱਚ ਪ੍ਰੇਮ ਨਹੀਂ ਹੁੰਦਾ, ਕਿਉਂਕਿ ਭਰੋਸਾ ਨਹੀਂ ਹੈ। ਜੇ ਭਰੋਸਾ ਹੋਵੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਪਰਿਕਰਮਾ ਕਰਕੇ ਮੱਥਾ ਟੇਕ ਕੇ ਆਖਿਆ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਜੇ 10ਵੇਂ ਪਾਤਸ਼ਾਹ ਜੀ ਨੇ ਮੱਥਾ ਟੇਕ ਦਿੱਤਾ ਪਰਿਕਰਮਾ ਕਰਕੇ, ਤੇ ਫਿਰ ਸਾਨੂੰ ਹੋਰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਗੁਰਮੁਖੋ। ਪਰ ਇੰਨੀ ਪ੍ਰਤੀਤ ਹੋਵੇ, ਘੱਟੋ ਘੱਟ ਇੰਨਾ ਭਰੋਸਾ ਵੀ ਮਹਾਰਾਜ ਨੇ ਆਪ ਪਰਿਕਰਮਾ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਖਿਆ ਅੱਜ ਤੋਂ ਬਾਅਦ ਸਿੱਖਾਂ ਨੂੰ ਮੈਂ ਹੁਕਮ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਫਿਰ ਹੋਰ ਕਿਤੇ ਜਾਣ ਦੀ ਕੀ ਜ਼ਰੂਰਤ ਹੈ। ਪਰ ਫਿਰ ਵੀ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਠੇਡੇ ਖਾਂਦੇ ਫਿਰਦੇ ਨੇ ਲੋਕ। ਕਿਉਂਕਿ ਜੇ ਮੱਤ ਪੁੱਠੀ ਹੈ ਤੇ ਫਿਰ ਗੁਰੂ ਸਾਹਿਬ ਜੀ ਦੇ ਨਾ ਕੌਤਕਾਂ ਤੇ ਪ੍ਰਤੀਤ ਆਉਂਦੀ ਹੁੰਦੀ, ਨਾ ਮਹਾਰਾਜ ਜੀ ਦੇ ਬਚਨਾਂ ਤੇ। ਫਿਰ ਆਪਾਂ ਬਚਨਾਂ ਤੇ ਕਿੰਤੂ ਕੋਈ ਲੋਕ ਨਹੀਂ ਕਰਦੇ, ਸਾਡੇ ਗੁਰਮੁਖ ਭਰਾ ਕਰੀ ਜਾਂਦੇ ਨੇ, ਸਿੱਖ ਹੀ ਕਰੀ ਜਾਂਦੇ। ਜੇ ਮਹਾਰਾਜ ਨੇ ਆਖਿਆ ਵੀ ਆਹ ਬੌਲੀ ਆ ਭਾਈ ਗੋਇੰਦਵਾਲ ਸਾਹਿਬ ਦੀ, ਇੱਥੇ ਜਪਜੀ ਸਾਹਿਬ ਦੇ 84 ਪਾਠ ਕੀਤੇ ਆ, 84 ਕੱਟੀ ਜਾਂਦੀ। ਕਹਿੰਦੇ ਲਈ ਇਦਾਂ ਕਿੱਦਾਂ ਹੋ ਸਕਦਾ ਜੀ, ਇਹ 84 ਇਦਾਂ ਕਿੱਦਾਂ ਕੱਟੀ ਜਾਵੇਗੀ, ਇਹ ਗੱਲਾਂ ਬਣਾ ਲਈਆਂ ਲੋਕਾਂ ਨੇ। ਉਹ ਗੁਰਮੁਖੋ ਜਪਜੀ ਸਾਹਿਬ ਦਾ ਤਾਂ ਇੱਕ ਪਾਠ 84 ਕੱਟ ਦਿੰਦਾ। ਮਹਾਰਾਜ ਨੇ ਬਚਨ ਕੀਤਾ ਜਿਹੜਾ 84 ਪਾਠ ਕਰੇਗਾ ਉਹਦੀ 84 ਕੱਟੀ ਜਾਵੇਗੀ। ਬਚਨ ਸਦਾ ਲਈ ਅਟੱਲ ਹੈ, ਇਹ ਗੁਰੂ ਦਾ ਬਚਨ ਹੈ। ਗੁਰਬਾਣੀ ਦੀ ਤਾਂ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਬਚਨ ਕੀਤਾ ਕਥਾ ਜੋ ਕਹਿੰਦੇ ਗੁਰਬਾਣੀ ਦੀ ਤਾਂ ਇੱਕ ਪੰਕਤੀ ਦੇ ਨਾਲ ਮੁਕਤੀ ਲਮਕਦੀ ਫਿਰਦੀ ਆ। ਕੋਈ ਇੱਕ ਪੰਕਤੀ ਅਗਰ ਆਪਣੇ ਜੀਵਨ ਚ ਕਮਾ ਲਏ ਤੇ ਇੱਕ ਇੱਕ ਪੰਕਤੀ ਨਾਲ ਮੁਕਤੀ ਲਮਕਦੀ ਫਿਰਦੀ ਹੈ। ਤਾਂ ਪੂਰਾ ਜਪਜੀ ਸਾਹਿਬ ਦਾ ਪਾਠ ਕੀਤਿਆਂ ਤਾਂ ਭਾਈ ਗੋਪਾਲਾ ਜੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਕਹਿੰਦੇ ਤੇਰੀਆਂ 21 ਕੁਲਾਂ ਤਾਰ ਦਿੱਤੀਆਂ ਸੀ, ਤੂੰ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ। ਕਿੰਨਾ ਕੀਮਤੀ ਘੋੜਾ ਦਿੱਤਾ, ਉਹਦੇ ਉੱਪਰ ਸੋਨੇ ਦੀ ਜੜਤ ਕਾਠੀ ਪਾ ਕੇ ਦਿੱਤੀ, ਕਿੰਨੀ ਮਾਇਆ ਦਿੱਤੀ, ਤੇ ਫਿਰ ਵੀ ਆਖਿਆ ਭਾਈ ਗੋਪਾਲਿਆ ਨਾਲ ਤੇਰੀਆਂ 21 ਕੁਲਾਂ ਤਾਰੀਆਂ ਕਿਉਂ, ਤੂੰ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ। ਹਰਗੋਬਿੰਦਪੁਰ ਸਾਹਿਬ ਜੇ ਇੰਨੀ ਮਹਾਨਤਾ ਜਪਜੀ ਸਾਹਿਬ ਦੇ ਇੱਕ ਪਾਠ ਦੀ ਹੈ, ਤੇ ਜੇ ਗੁਰੂ ਸਾਹਿਬ ਜੀ ਦੇ ਬਚਨ ਨੂੰ ਚੇਤੇ ਕਰਕੇ ਕੋਈ 84 ਪਾਠ ਕਰਦਾ, ਹਰ ਪੌੜੀ ਤੇ ਇੱਕ ਜਪਜੀ ਸਾਹਿਬ ਦਾ ਪਾਠ, ਤੇ ਪੱਕੀ ਗੱਲ ਹੈ ਕੱਟੀ ਜਾਏਗੀ 84। ਪਰ ਜੇ ਮੱਤ ਸਿੱਧੀ ਨਹੀਂ ਫਿਰ ਕਿੰਤੂ ਫਿਰੇਗਾ, ਫਿਰ ਸ਼ੱਕ ਹੋਣਾ ਇਦਾਂ ਕਿਦਾਂ ਜੀ, ਇਹ ਤੇ ਗੱਲਾਂ ਹੀ ਬਣਾ ਲਈਆਂ। ਪਾਣੀ ਕਿਦਾਂ ਕਿਸੇ ਦੀ 84 ਕੱਟ ਸਕਦਾ, ਪਾਣੀ ਨੇ ਥੋੜਾ ਗੁਰਮੁਖੋਂ 84 ਕੱਟਣੀ, 84 ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ ਕੱਟਣੀ ਆ। ਜਿਹੜਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਬਚਨ ਨਿਕਲਿਆ ਨਾ ਵੀ ਕੱਟੀ ਜਾਵੇਗੀ, ਉਹ ਕੱਟੀ ਜਾਣੀ ਫਿਰ। ਪਰ ਕਹਿੰਦੇ ਫਿਰ ਵੀ ਜੇ ਕਿੰਤੂ ਫੁਰਦਾ, ਇਹਦਾ ਅਰਥ ਹੈ ਵੀ ਭਰੋਸਾ ਨਹੀਂ ਹੈ ਮਹਾਰਾਜ ਦੇ ਬਚਨ ਤੇ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਪ੍ਰਤੀਤ ਨਹੀਂ ਹੈਗੀ ਗੁਰੂ ਸਾਹਿਬ ਜੀ ਦੇ ਬਚਨਾਂ ਤੇ। ਮਹਾਰਾਜ ਤਾਂ ਕਹਿੰਦੇ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰਿ ਪ੍ਰਭ ਚੀਤ। ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਬਚਨ ਤੇ ਭਰੋਸਾ ਹੁੰਦਾ ਗੁਰਮੁਖੋ, ਹਰੀ ਉਹਨਾਂ ਦੇ ਹਿਰਦੇ 'ਚ ਵਸਦਾ। ਖੁਸ਼ਕ ਹਿਰਦੇ 'ਚ ਪ੍ਰਮਾਤਮਾ ਦੇ ਨਾਮ ਦਾ ਵਾਸਾ ਕਦੇ ਨਹੀਂ ਹੁੰਦਾ। ਜਿਨ੍ਹਾਂ ਦੇ ਹਿਰਦੇ 'ਚ ਪ੍ਰੇਮ ਹੁੰਦਾ ਨਾ, ਭਰੋਸਾ ਹੁੰਦਾ ਮਹਾਰਾਜ ਦੇ ਬਚਨ ਤੇ, ਨਾਮ ਵੀ ਵਾਸਾ ਉੱਥੇ ਹੀ ਕਰਦਾ। ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਉ। ਕਹਿੰਦੇ ਕੋਈ ਸ਼ਬਦ ਨਾਲ ਫਿਰ ਪ੍ਰੇਮ ਕਿੱਥੋਂ ਲੱਗਣਾ, ਜੇ ਗੁਰੂ ਸਾਹਿਬ ਤੇ ਭਰੋਸਾ ਹੀ ਨਹੀਂ ਪਈ। ਸ਼ਬਦ ਗੁਰੂ ਸਾਹਿਬ ਦਾ ਉਚਾਰਿਆ ਮੇਰੀ ਕਲਿਆਣ ਕਰੇਗਾ। ਸਾਡੇ ਭਲੇ ਵਾਸਤੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ, ਸਾਡੇ ਭਲੇ ਲਈ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ। ਕਹਿੰਦੇ ਜੇ ਪ੍ਰਤੀਤ ਨਹੀਂ ਤੇ ਪ੍ਰੇਮ ਕਦੇ ਨਹੀਂ ਲੱਗਣਾ ਸ਼ਬਦ ਨੂੰ, ਫਿਰ ਕਿੱਥੋਂ ਲੱਗ ਜਾਣਾ ਜੀ ਪ੍ਰੇਮ। ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ 'ਚ ਵਿਸ਼ਵਾਸ ਆ ਜੇ ਗੁਰਮੁਖੋ, ਤਤ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ, ਬੇਵਿਸ਼ਵਾਸੀਆਂ ਨੂੰ ਨਹੀਂ, ਬੇਵਿਸ਼ਵਾਸੀਆਂ ਨੂੰ ਨਹੀਂ ਹੁੰਦੀ। ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ। ਮਹਾਰਾਜ ਕਹਿੰਦੇ ਉਹ ਭਾਵੇਂ 100 ਵਾਰੀ ਆਵੇ ਗੁਰੂ ਕੋਲ, ਭਾਵੇਂ 100 ਗੇੜੇ ਮਾਰੇ, ਜੇ ਪ੍ਰਤੀਤ ਨਹੀਂ ਹੈਗੀ ਸੁੱਖ ਨਹੀਂ ਮਿਲ ਸਕਦਾ, ਕਿਉਂਕਿ ਭਰੋਸਾ ਨਹੀਂ। ਹੁਣ ਗੁਰੂ ਸਾਹਿਬ ਦੇ ਕੋਲ ਰਹਿ ਕੇ ਵੀ ਭਾਵੇਂ 100 ਗੇੜਾ ਮਾਰੇ, ਮਹਾਰਾਜ ਕਹਿੰਦੇ ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾਓ। ਗੇੜਾ ਮਾਰਨਾ ਤਾਂ ਦੂਰ ਦੀ ਗੱਲ, ਦੁਨੀ ਚੰਦ ਤਾਂ ਰਹਿੰਦਾ 10ਵੇਂ ਪਾਤਸ਼ਾਹ ਕੋਲ ਸੀ, ਪਰ ਭਰੋਸਾ ਨਹੀਂ ਸੀ ਮਹਾਰਾਜ ਤੇ। ਗੁਰੂ ਸਾਹਿਬ ਨੇ ਆਖਿਆ ਕੋਈ ਨਹੀਂ ਭਾਈ, ਜੇ ਉਹ ਸ਼ਰਾਬੀ ਹਾਥੀ ਲਈ ਆਉਂਦੇ ਮਸਤ ਕਰਕੇ ਹਾਥੀ ਨੂੰ, ਆ ਸਾਡੇ ਕੋਲ ਵੀ ਹੈਗਾ ਹਾਥੀ ਦੁਨੀ ਚੰਦ, ਕਰੇਗਾ ਸਵੇਰੇ ਮੁਕਾਬਲਾ ਹਾਥੀ ਦਾ।
ਤੇ ਉਹ ਇਕੱਲੇ ਇਕੱਲੇ ਕੋ ਜਾਂਦਾ। ਭਾਈ ਦਇਆ ਸਿੰਘ ਨੂੰ ਕਹਿੰਦਾ ਮੈਨੂੰ ਬਚਾਓ, ਹਾਥੀ ਦਾ ਬੰਦੇ ਦਾ ਕੀ ਮੁਕਾਬਲਾ ਹੁੰਦਾ। ਮਹਾਰਾਜ ਕਹਿੰਦੇ ਨੇ ਵੀ ਤੂੰ ਹਾਥੀ ਨਾਲ ਲੜਨਾ ਕੱਲ ਨੂੰ। ਭਾਈ ਦਇਆ ਸਿੰਘ ਨੇ ਆਖਿਆ ਡਰੀ ਕੋ ਜਾਣਾ ਦੁਨੀ ਜਾਂਦਾ। ਜੇ ਗੁਰੂ ਸਾਹਿਬ ਨੇ ਆਖਿਆ ਭਰੋਸਾ ਰੱਖ, ਜਿੱਤ ਤੇਰੀ ਹੋਵੇਗੀ। ਫਿਰ ਭਾਈ ਧਰਮ ਸਿੰਘ ਹੋਣਾ ਕੋ ਗਿਆ। ਫਿਰ ਅਖੀਰ ਭਾਈ ਰਾਮ ਕੌਰ ਜੀ ਕੋਲੇ ਗਿਆ, ਗੁਰਬਖਸ਼ ਸਿੰਘ ਹੋਣਾ ਕੋਲੇ। ਕਹਿੰਦਾ ਜੀ ਤੁਸੀਂ ਉੱਠੋ, ਬਾਕੀ ਤਾਂ ਕੋਈ ਮੰਨਦਾ ਨਹੀਂ ਪਿਆ। ਮਹਾਰਾਜ ਨੂੰ ਜਾ ਕੇ ਬੇਨਤੀ ਕਰੋ, ਬੰਦੇ ਦਾ ਤੇ ਹਾਥੀ ਦਾ ਮੁਕਾਬਲਾ ਨਹੀਂ ਹੁੰਦਾ। ਤੇ ਭਾਈ ਗੁਰਬਖਸ਼ ਸਿੰਘ ਨੇ ਆਖਿਆ ਵੀ ਤੈਨੂੰ ਸ਼ੇਰ ਬਣਾ ਕੇ ਭੇਜਣਗੇ ਮਹਾਰਾਜ, ਤੂੰ ਡਰਦਾ ਕਿਉਂ? ਤੂੰ ਭਰੋਸਾ ਰੱਖ ਮਹਾਰਾਜ ਤੇ, ਜਿੱਤ ਤੇਰੀ ਹੋਣੀ ਹੈ। ਫਿਰ ਅੱਗੇ ਦੁਨੀ ਚੰਦ ਡਰਿਆ, ਕਹਿੰਦਾ ਤੇਰਾ ਨਾਂ ਨਹੀਂ ਨਾ ਲਿਆ। ਜੇ ਤੇਰਾ ਨਾਂ ਲਿਆ ਹੁੰਦਾ ਮਹਾਰਾਜ ਨੇ, ਫਿਰ ਮੈਂ ਵੇਖਦਾ ਤੂੰ ਕਿੰਨਾ ਕੁ ਭਰੋਸਾ ਕਰਦਾ। ਮੈਨੂੰ ਮਰਵਾਉਣਾ ਤੁਸੀਂ ਸਾਰਿਆਂ ਨਾਲ ਮਿਲ ਕੇ, ਹਾਥੀ ਨਾਲ ਕੀ ਮੁਕਾਬਲਾ। ਰਾਤ ਹੀ ਵਿਚਾਰਾ ਭੱਜ ਗਿਆ। ਕਿਲੇ ਤੋਂ ਉੱਤਰ ਲੱਗੇ ਦੀ ਲੱਤ ਟੁੱਟ ਗਈ, ਰੱਸਾ ਟੁੱਟ ਗਿਆ, ਤੇ ਚੱਕ ਕੇ ਲੈ ਕੇ ਗਏ ਨਾਲ ਦੇ। 2 ਮਹੀਨਿਆਂ ਬਾਅਦ ਮਰ ਫਿਰ ਵੀ ਗਿਆ, ਸੱਪ ਲੜ ਕੇ ਮੌਤ ਹੋ ਗਈ। ਪਰ ਗੁਰੂ ਸਾਹਿਬ ਤੇ ਭਰੋਸਾ ਨਹੀਂ ਸੀ। ਜੇ ਮਹਾਰਾਜ ਨੇ ਆਖਿਆ ਵੀ ਤੂੰ ਆ ਸਾਡਾ ਦੁਨੀ ਚੰਦ ਸ਼ੇਰ ਆ ਭਾਈ, ਇਹ ਹਾਥੀ ਨਾਲ ਲੜੇਗਾ। ਜਦੋਂ ਮਹਾਰਾਜ ਨੂੰ ਦੱਸਿਆ ਦਿਨੇ ਮਹਾਰਾਜ, ਉਹ ਭੱਜ ਗਿਆ ਜੇ ਦੁਨੀ ਚੰਦ ਰਾਤ ਹੀ। ਮਹਾਰਾਜ ਕਹਿੰਦੇ ਫਿਰ ਕੀ ਹੋ ਗਿਆ? ਭੱਜ ਗਿਆ ਬਚਿੱਤਰ ਸਿੰਘ ਜੋ ਹੈਗਾ, ਇਹ ਲੜੇਗਾ ਬਚਿੱਤਰ ਸਿੰਘ। ਉਹਨੇ ਕਿਹਾ ਮਹਾਰਾਜ ਆਪਾਂ ਪਹਿਲਾਂ ਹੀ ਲੜੇ ਆ, ਤੁਸੀਂ ਸਿਰ ਤੇ ਹੱਥ ਰੱਖੋ ਬਸ, ਹੁਣੇ ਜਾਂਦੇ ਮੁਕਾਬਲਾ ਕਰਨ। ਉਹਨੂੰ ਭਰੋਸਾ ਸੀ 10ਵੇਂ ਪਾਤਸ਼ਾਹ ਤੇ। ਉਹ ਨਿਕਲਿਆ ਘੋੜੇ ਤੇ ਲੈ ਕੇ, ਨਾਗਣੀ ਐਸੀ ਹਾਥੀ ਦੇ ਮੱਥੇ 'ਚ ਮਾਰੀ, ਫਲਾਦੀ ਤਵੇ ਪਾੜ ਕੇ ਜਦੋਂ ਅੰਦਰ ਖੋਬ ਦਿੱਤੀ, ਬਾਹਰ ਨੂੰ ਖਿੱਚੀ, ਹਾਥੀ ਪਿੱਛੇ ਨੂੰ ਭੱਜ ਗਿਆ। ਕਿਉਂ? ਕਿਉਂਕਿ ਭਰੋਸਾ ਸੀ ਬਚਿੱਤਰ ਸਿੰਘ ਨੂੰ। ਦੁਨੀ ਚੰਦ ਨੂੰ ਭਰੋਸਾ ਨਹੀਂ ਸੀ, ਬਸ ਰਹਿੰਦਾ ਭਾਵੇਂ ਮਹਾਰਾਜ ਦੇ ਕੋਲ ਹੀ ਸੀ। ਭਰੋਸਾ ਨਹੀਂ ਸੀ ਵੀ ਮਹਾਰਾਜ ਦਾ ਜੇ ਮੇਰੇ ਸਿਰ ਤੇ ਹੱਥ ਰੱਖਣਗੇ ਮੈਂ ਜਿੱਤ ਜਾਵਾਂਗਾ। ਇਸ ਲਈ ਕਹਿੰਦੇ ਉਸ ਨੂੰ ਸੁੱਖ ਨਾ ਉਪਜਿਆ ਭਾਵੇਂ 100 ਗੇੜਾ ਆਵੋ ਜਾਓ। ਕਹਿੰਦੇ ਉਹ ਬੰਦਾ ਭਾਵੇਂ 100 ਗੇੜੇ ਮਾਰੇ ਮਹਾਰਾਜ ਕੋਲ, ਜੇ ਭਰੋਸਾ ਨਹੀਂ ਨਾ ਮਹਾਰਾਜ ਤੇ, ਪ੍ਰਤੀਤ ਨਹੀਂ ਆਈ, ਤੇ ਸੁੱਖ ਨਹੀਂ ਮਿਲਣਾ। ਭਾਵੇਂ ਰੋਜ਼ ਗੇੜਾ ਮਾਰੇ। ਨਾਨਕ ਗੁਰਮੁਖ ਸਹਿਜ ਮਿਲੇ, ਸੱਚੇ ਸਿਉ ਲਿਵ ਲਾਓ। ਕਹਿੰਦੇ ਗੁਰਮੁਖ ਦੀ ਤਾਂ ਲਿਵ ਲੱਗੀ ਹੁੰਦੀ, ਗੁਰਮੁਖੋ ਪ੍ਰਮਾਤਮਾ ਨਾਲ। ਇਸ ਕਰਕੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਪ੍ਰਮਾਤਮਾ ਨਾਲ ਲਿਵ ਗੁਰੂ, ਕਿਉਂ ਪ੍ਰਤੀਤ ਹੈ ਨਾ ਮਹਾਰਾਜ ਦੇ ਬਚਨ ਤੇ, ਬਚਨ ਤੇ ਭਰੋਸਾ। ਤਵਾਰੀਖ ਲਿਖਦੀ ਹੈ ਭਾਈ 6ਵੇਂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਬਣਿਆ, ਇੱਥੇ ਬਾਗ ਸੀ ਮਹਾਰਾਜ ਦਾ। ਮਹਾਰਾਜ ਸੈਰ ਕਰਦੇ, ਗੁਰਮੁਖ ਨੇ ਆਣ ਕੇ ਮੱਥਾ ਟੇਕਿਆ ਗੁਰੂ ਸਾਹਿਬ ਨੂੰ। ਗੁਰੂ ਸਾਹਿਬ ਕਹਿੰਦੇ ਇੱਥੇ ਖੜ ਭਾਈ, ਆਣ ਕੇ ਤੇਰੀ ਗੱਲ ਸੁਣਦੇ। ਉਹ ਉੱਥੇ ਖੜ ਗਿਆ। ਤਾਂ ਮਹਾਰਾਜ ਜੀ ਸੈਰ ਕਰਦੇ ਕਰਦੇ ਬਾਗ ਦੀ ਦੂਸਰੇ ਪਾਸਿਓਂ ਨਿਕਲ ਕੇ ਆਪਣੇ ਮਹੱਲਾਂ 'ਚ ਆ ਗਏ। ਉਸ ਪਾਸੇ ਵਾਪਸ ਹੀ ਨਹੀਂ ਆਏ। ਉਹ ਖੜਾ ਰਿਹਾ, ਸਾਰਾ ਦਿਨ ਲੰਘ ਗਿਆ, ਰਾਤ ਵੀ ਲੰਘ ਗਈ। ਅਗਲਾ ਦਿਨ ਆਇਆ, ਮਹਾਰਾਜ ਨੇ ਆਖਿਆ, ਉਹ ਜਦ ਦਰਬਾਰ ਸਜਾਇਆ ਵੀ ਉਹ ਇੱਕ ਸਿੱਖ ਆਪਾਂ ਨੂੰ ਉੱਥੇ ਮਿਲਿਆ ਸੀ, ਤੇ ਉਹਨੇ ਕੋਈ ਬੇਨਤੀ ਕਰਨੀ ਸੀ, ਉਹ ਕਿੱਥੇ ਆ? ਕਹਿੰਦੇ ਮਹਾਰਾਜ ਉਹ ਤੇ ਉੱਥੇ ਖਲੋਤਾ ਜਿੱਥੇ ਤੁਸੀਂ ਆਖਿਆ ਇੱਥੇ ਖੜ, ਫਿਰ ਤੇਰੀ ਆਣ ਕੇ ਗੱਲ ਸੁਣਦੇ। ਮਹਾਰਾਜ ਕਹਿੰਦੇ ਜਾ ਉਹਨੂੰ ਬੁਲਾ ਕੇ ਲਿਆਓ। ਜਿੱਥੇ ਆਖਿਆ ਨਾ ਮਹਾਰਾਜ ਨੇ ਇੱਥੇ ਖੜ ਜਾ, ਆ ਕੇ ਤੇਰੀ ਗੱਲ ਸੁਣਦੇ, ਉੱਥੇ ਹੀ ਖੜਾ ਰਿਹਾ। ਦਿਨ ਵੀ ਲੰਘ ਗਿਆ, ਰਾਤ ਵੀ ਲੰਘ ਗਈ। ਪਰ ਇਹ ਸਾਰੀ ਖੇਡ ਭਰੋਸੇ ਦੀ ਹੁੰਦੀ, ਬੇਪ੍ਰਤੀਤੀ ਦੀ ਨਹੀਂ। ਨਾਨਕ ਗੁਰਮੁਖ ਸਹਿਜ ਮਿਲਿਆ, ਸੱਚੇ ਸਿਉ ਲਿਵ ਲਾਓ। ਕਹਿੰਦੇ ਮਹਾਰਾਜ ਉਹਨਾਂ ਨੂੰ ਸਹਿਜ ਸੁੱਤੇ ਸੁਭਾਅ ਪਰਮਾਤਮਾ ਮਿਲਦਾ, ਜਿਨ੍ਹਾਂ ਨੂੰ ਪ੍ਰਤੀਤ ਹੁੰਦੀ ਮਹਾਰਾਜ ਦੇ ਬਚਨਾਂ ਤੇ, ਫਿਰ ਉਹਨਾਂ ਦੀ ਲਿਵ ਲੱਗਦੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ। ਮਹੱਲਾ ਤੀਜਾ, ਇਹ ਮਨ ਐਸਾ ਸਤਿਗੁਰ ਖੋਜ ਲਹੋ। ਕਹਿੰਦੇ ਮਨਾ ਇਹੋ ਜਿਹਾ ਸਤਿਗੁਰੂ ਲੱਭ, ਜਿਤ ਸੇਵਿਆ ਜਨਮ ਮਰਨ ਦੁੱਖ ਜਾਏ। ਜਿਸ ਗੁਰੂ ਦੀ ਸੇਵਾ ਕਰਨ ਕਰਕੇ ਜਨਮ ਮਰਨ ਦਾ ਦੁੱਖ ਕੱਟਿਆ ਜਾਏ। ਮਨਾ ਐਸੇ ਗੁਰੂ ਦੀ ਖੋਜ ਕਰ, ਜਿਸ ਗੁਰੂ ਦੇ ਪੱਲੇ ਲੱਗਿਆ ਜਨਮ ਮਰਨ ਦਾ ਦੁੱਖ ਕੱਟਿਆ ਜਾਏ। ਕਿਉਂਕਿ ਕਈ ਵਾਰ ਬਿਨਾਂ ਵਿਚਾਰ ਕੀਤੇ ਤੋਂ ਸਾਧ ਸੰਗਤ ਜੀ ਆਪਾਂ ਕਹਿੰਦੇ ਆ ਵੀ ਚਲੋ ਅਸੀਂ ਵੀ ਗੁਰੂ ਵਾਲੇ ਹੀ ਆ ਭਾਈ। ਸੇਵਾ ਵੀ ਕਰਦਾ ਬੰਦਾ ਉਹਨਾਂ ਡੇਰਿਆਂ ਤੇ ਜਾ ਕੇ, ਕੋਈ ਬਥੇਰਾ ਗੁਰੂ ਡੰਮ ਚੱਲਦਾ ਪਿਆ ਅੱਜ ਕੱਲ, ਪਹਿਲਾਂ ਵੀ ਚੱਲਦਾ ਸੀ। ਮਹਾਰਾਜ ਦੇ ਵੇਲੇ ਵੀ 22 ਮੰਜੀਆਂ ਲੱਗੀਆਂ ਸੀ ਪਖੰਡੀਆਂ ਦੀਆਂ, ਹੁਣ ਵੀ ਹੈਗੀਆਂ। ਪਰ ਮਹਾਰਾਜ ਦਾ ਬਚਨ ਕਹਿੰਦੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ। ਕਹਿੰਦੇ ਜਿਸ ਗੁਰੂ ਦੀ ਸੇਵਾ ਕੀਤੀ ਸਾਰੀ ਉਮਰ ਤੇ ਮੁੜ ਕੇ ਲੇਖਾ ਦੇਣਾ ਪਿਆ, ਉਹ ਤੇ ਬੜੀ ਔਖੀ ਸੇਵਾ ਭਾਈ। ਜੇ ਗੁਰੂ ਪੂਰਾ ਨਹੀਂ, ਚੇਲੇ ਨੇ ਤਾਂ ਪੂਰੀ ਸੇਵਾ ਕੀਤੀ ਸਾਰੀ ਉਮਰ,
ਪਰ ਅਗਲੇ ਬੰਨੇ ਗੁਰੂ ਪੂਰਾ ਨਹੀਂ ਸੀ। ਮਹਾਰਾਜ ਕਹਿੰਦੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾਹ ਸੇਵਾ ਔਖੀ ਹੋਈ। ਕਹਿੰਦੇ ਜਿਸ ਦੀ ਸੇਵਾ ਕਰਨ ਤੋਂ ਬਾਅਦ ਫਿਰ ਲੇਖਾ ਪੁੱਛਿਆ ਜਾਣਾ, ਉਹ ਸੇਵਾ ਕਰਨੀ ਔਖੀ ਹੈ ਭਾਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਕਹਿੰਦੇ ਬਸ ਉਸ ਗੁਰੂ ਦੀ ਸੇਵਾ ਕਰੋ ਜਿਹਦੇ ਦਰਸ਼ਨ ਕੀਤੇ ਹੀ ਸਫਲੇ ਹੈ, ਫਿਰ ਤੁਹਾਡੇ ਕੋਲ ਕੋਈ ਲੇਖਾ ਨਾ ਪੁੱਛ ਸਕੇ, ਲੇਖਾ ਨਾ ਕੋ ਮੰਗ ਸਕੇ। ਐਸੇ ਗੁਰੂ ਦਾ ਪੱਲਾ ਫੜੋ ਜਿਸ ਗੁਰੂ ਦੇ ਪੱਲੇ ਲੱਗਣ ਕਰਕੇ ਮੁੜ ਕੇ ਧਰਮਰਾਜ ਵਰਗਾ ਵੀ ਲੇਖਾ ਨਾ ਮੰਗ ਸਕੇ। ਇਸ ਲਈ ਕਹਿੰਦੇ ਐਸਾ ਸਤਿਗੁਰ ਖੋਜ ਲਓ। ਗੁਰੂ ਲੱਭਣਾ ਤੇ ਪਹਿਲਾਂ ਖੋਜ ਕਰੋ ਭਈ ਕਿਸ ਗੁਰੂ ਨੂੰ ਆਪਣੀ ਬਾਹ ਫੜਾਈਏ। ਇਹ ਮਨ ਐਸਾ ਸਤਿਗੁਰ ਖੋਜ ਲਓ ਜਿਤ ਸੇਵਿਆ ਜਨਮ ਮਰਨ ਦੁੱਖ ਜਾਏ। ਮਨਾ ਉਸ ਗੁਰੂ ਨੂੰ ਖੋਜ ਲੈ ਤੂੰ ਜਿਸ ਦੀ ਸੇਵਾ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਏ, ਉਹਦੀ ਖੋਜ ਕਰ। ਤੇ ਫਿਰ ਜੇ ਹੁਣ ਆਪਾਂ ਖੋਜ ਕਰਾਂਗੇ ਵੀ ਮਨਾ ਐਸੇ ਗੁਰੂ ਨੂੰ ਲੱਭੀਏ, ਉਸ ਗੁਰੂ ਨੂੰ ਆਪਣੀ ਬਾਹ ਫੜਾਈਏ ਜਿਸ ਦੇ ਪੱਲੇ ਲੱਗਣ ਕਰਕੇ ਜਨਮ ਮਰਨ ਦਾ ਘੇੜ ਨਾ ਮੁੜ ਕੇ ਗਲ 'ਚ ਪਵੇ, ਤੇ ਫਿਰ ਵਿਚਾਰ ਕਰਕੇ ਦੇਖਾਂਗੇ ਵੀ ਕਿਹਨਾਂ ਦੇ ਪੱਲੇ ਲੱਗੀ ਹੈ ਜੀ। ਫਿਰ ਇਸ ਵੇਲੇ ਇਹ ਆਪਾਂ ਨੂੰ ਕਲਗੀਧਰ ਪਾਤਸ਼ਾਹ ਜੀ ਦਾ ਉਹ ਕੌਤਕ ਚੇਤੇ ਕਰਨਾ ਚਾਹੀਦਾ ਵੀ ਹਜੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਰਿਕਰਮਾ ਕਰਕੇ 10ਵੇਂ ਪਾਤਸ਼ਾਹ ਜੀ ਨੇ ਆਪ ਮੱਥਾ ਟੇਕ ਦਿੱਤਾ ਸੀ ਤੇ ਨਾਲ ਸਾਰੇ ਸਿੱਖਾਂ ਨੂੰ ਆਖਿਆ ਸੀ ਵੀ ਆਹ ਨੇ ਗੁਰੂ ਹੁਣ ਸਾਡੇ ਤੋਂ ਬਾਅਦ। ਇਹ ਖੋਜ ਕਰ ਲਾਂਗੇ ਫਿਰ ਆਪ। ਤੇ ਬਿਨਾਂ ਖੋਜ ਤੋਂ ਲੋਕ ਸਾਧ ਸੰਗਤ ਜੀ ਬਥੇਰੀ ਦੁਨੀਆ ਤੁਰੀ ਫਿਰਦੀ, ਕੋਈ ਕਿਤੇ ਜਾਂਦਾ ਪਿਆ, ਕੋਈ ਕਿਤੇ ਜਾਂਦਾ ਪਿਆ। ਪੁੱਛੀਏ ਤਾਂ ਕਹਿੰਦੇ ਅਸੀਂ ਵੀ ਆ ਹੁਣ ਚਲੋ ਸਬਦਾ ਸਾਧ ਹੁਣ ਇਸ ਵੇਲੇ ਅੰਦਰ ਬੈਠਾ, ਲੱਖਾਂ ਨਹੀਂ ਕਰੋੜਾਂ ਲੋਕ ਉਹਨੂੰ ਮੰਨੀ ਬੈਠੇ ਸੀ। ਉਹਨਾਂ ਕਰੋੜਾਂ ਦਾ ਉਹ ਸਤਿਗੁਰੂ ਹੀ ਸੀ। ਉਹ ਕੀ ਕਿਸੇ ਦਾ ਛੁਟਕਾਰਾ ਕਰਾਊ ਜੇ ਪੂਰਾ ਨਹੀਂ ਤਾਂ। ਹੁਣ ਜੇ ਗੁਰੂ ਪੂਰਾ ਨਾ, ਦੇਖੋ ਗੁਰੂ ਸਾਹਿਬ ਜੀ ਦੇ ਬਾਣੀ 'ਚ ਦੋਨਾਂ ਪੱਖਾਂ ਦੇ ਬਚਨ ਆਉਂਦੇ। ਜੇ ਗੁਰੂ ਪੂਰਾ ਤਾਂ ਮਾਰੇ ਕਹਿੰਦੇ ਧੰਨ ਧੰਨ ਪਿਤਾ, ਧੰਨ ਧੰਨ ਕੋਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਕਹਿੰਦੇ ਪੂਰੇ ਗੁਰੂ ਦਾ ਪਿਤਾ ਵੀ ਧੰਨ ਜੇ, ਉਹਦੀ ਮਾਤਾ ਵੀ ਧੰਨ ਹੈ, ਉਹਦੀ ਕੁਲ ਵੀ ਧੰਨ ਹੈ ਜਿਸ ਕੁਲ ਵਿੱਚ ਪੂਰੇ ਸਤਿਗੁਰੂ ਨੇ ਜਨਮ ਲਿਆ। ਜੇ ਗੁਰੂ ਪੂਰਾ ਤੇ ਇੰਨੀ ਸਿਫਤ ਕੀਤੀ ਮਹਾਰਾਜ ਨੇ, ਕਹਿੰਦੇ ਉਹਨਾਂ ਦਾ ਪਿਤਾ ਧੰਨ, ਉਹਨਾਂ ਦੀ ਮਾਤਾ ਧੰਨ ਹੈ, ਉਹਨਾਂ ਦੀ ਕੁਲ ਧੰਨ ਹੈ। ਪਰ ਜੇ ਗੁਰੂ ਪੂਰਾ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਹਿੰਦੇ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਕਹਿੰਦੇ ਐਸੇ ਕੱਚੇ ਪਿੱਲੇ ਗੁਰੂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ, ਜਿਹੜਾ ਆਪ ਤੇ ਡੁੱਬਦਾ ਤੇ ਚੇਲਿਆਂ ਨੂੰ ਵੀ ਨਾਲ ਹੀ ਲੈ ਕੇ ਡੁੱਬ ਜਾਏ। ਦੋਨੋਂ ਪੱਖ ਦੱਸੇ ਨੇ ਮਹਾਰਾਜ ਨੇ। ਕਹਿੰਦੇ ਜੇ ਗੁਰੂ ਪੂਰਾ ਗੁਰਮੁਖੋ, ਉਹਦੀ ਕੁਲ ਧੰਨ ਹੈ, ਉਹਦੀ ਮਾਤਾ ਧੰਨ ਹੈ, ਉਹਨਾਂ ਦਾ ਪਿਤਾ ਧੰਨ ਹੈ। ਪਰ ਜੇ ਗੁਰੂ ਅਧੂਰਾ ਹੈ ਤੇ ਉਹਦੀ ਕਹਿੰਦੇ ਮਾਤਾ ਦਾ ਜਿਹਨੇ ਇਹ ਐਸਾ ਗੁਰੂ ਜਣਿਆ ਜਿਹੜਾ ਲੋਕਾਂ ਨੂੰ ਲੈ ਕੇ ਡੁੱਬ ਗਿਆ, ਉਹਦਾ ਤਾਂ ਸਿਰ ਮੁੰਨ ਦੇਣਾ ਚਾਹੀਦਾ ਸੀ। ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਆਪ ਡੁੱਬੇ ਚੋ ਬੇਦ ਮੈਂ ਚੇਲੇ ਦੀਏ ਬਹਾਏ। ਕਹਿੰਦੇ ਆਪ ਤਾਂ ਡੁੱਬਣਾ ਹੀ ਸੀ, ਚੇਲਿਆਂ ਨੂੰ ਵੀ ਲੈ ਕੇ ਡੁੱਬ ਗਿਆ। ਇਸ ਲਈ ਥੋੜੀ ਜਿਹੀ ਕਹਿੰਦੇ ਖੋਜ ਤਾਂ ਕਰ ਮਨਾ, ਐਸੇ ਗੁਰੂ ਦਾ ਪੱਲਾ ਫੜ ਜਿਸ ਦੇ ਪੱਲੇ ਲੱਗਣ ਕਰਕੇ ਜਨਮ ਮਰਨ ਦਾ ਦੁੱਖ ਕੱਟਿਆ ਜਾਏ। ਜਿਹਨੂੰ ਮਰਜ਼ੀ ਨਹੀਂ ਆਪਾਂ ਜਾ ਕੇ ਕਹਿ ਦੇਣਾ ਹੁੰਦਾ ਵੀ ਚਲੋ ਇਹ ਵੀ ਆਪਾਂ ਤਾਂ ਮੱਥਾ ਹੀ ਟੇਕਣਾ ਜੀ, ਇੱਥੇ ਹੀ ਟੇਕ ਲੈਂਦੇ। ਜਿਹਨੂੰ ਮਰਜ਼ੀ ਨਹੀਂ, ਥੋੜੀ ਖੋਜ ਕਰਨੀ ਚਾਹੀਦੀ ਹੈ। ਇੱਕ ਫਰਨੀਚਰ ਹੀ ਆਪਾਂ ਲੈਣਾ ਹੋਵੇ, ਭਾਵੇਂ ਪਲਾਸਟਿਕ ਦੀਆਂ 4 ਚੇਅਰਾਂ ਹੀ ਲੈਣੀਆਂ ਹੋਣ, ਤੇ ਟਣਕਾ ਕੇ ਵਿੰਗੀਆਂ ਸਿੱਧੀਆਂ ਕਰ ਕਰਕੇ ਦੇਖਦੇ ਆਪਾਂ, ਨਕਲੀ ਨਾ ਮਿਲ ਜੇ ਕਿਤੇ। ਬਸਤਰ ਹੀ ਲੈਣਾ ਹੋਵੇ ਤੇ ਕਿੰਨੀ ਵਾਰੀ ਪੁੱਠਾ ਸਿੱਧਾ ਕਰਦੇ ਆਪਾਂ ਕੱਪੜੇ ਵਾਲੀ ਦੁਕਾਨ ਤੋਂ। 4 ਭਾਂਡੇ ਲੈਣੇ ਹੋਣ ਤੇ ਐਵੇਂ ਲੋਕ ਵਹਿੰਦੇ ਆ ਖੜਕਾ ਕੇ। ਤੇ ਜਿਹਨੂੰ ਆਪਣਾ ਜੀਵਨ ਹੀ ਸਾਰਾ ਅਰਪਣ ਕਰਨਾ, ਥੋੜਾ ਉਦੋਂ ਵੀ ਦੇਖ ਲੈਣਾ ਚਾਹੀਦਾ। ਇਸ ਲਈ ਮਹਾਰਾਜ ਦਾ ਕਹਿੰਦੇ ਇਹ ਮਨ ਐਸਾ ਸਤਿਗੁਰ ਖੋਜ ਲਹੋ, ਮਨਾ ਐਸੇ ਸਤਿਗੁਰੂ ਦੀ ਖੋਜ ਕਰ ਜਿਤ ਸੇਵਿਆ ਜਨਮ ਮਰਨ ਦੁੱਖ ਜਾਏ। ਜਿਸ ਦੀ ਸੇਵਾ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਏ, ਜਨਮ ਮਰਨ ਦਾ ਗੇੜਾ ਨਾ ਪਵੇ। ਫਿਰ ਸਾਸਾ ਮੂਲ ਨਾ ਹੋਵੇ। ਕਹਿੰਦੇ ਫਿਰ ਕੋਈ ਲੇਸ ਮਾਤਰ ਸੰਸਾ ਨਹੀਂ। ਜਦੋਂ ਤੁਸੀਂ ਪੂਰੇ ਗੁਰੂ ਦੇ ਪੱਲੇ ਪੈ ਗਏ, ਫਿਰ ਇੰਨਾ ਕੁ ਵੀ ਮੂਲ ਲੇਸ ਮਾਤਰ ਵੀ ਮਨ 'ਚ ਸੰਸਾ ਨਹੀਂ ਹੁੰਦਾ ਵੀ ਮੈਂ ਤਰਾਂਗਾ ਕਿ ਨਹੀਂ ਤਰਾਂਗਾ। ਫਿਰ ਤਾਂ ਸ਼ੰਕਾ ਹੀ ਕੋਈ ਨਹੀਂ, ਫਿਰ ਤਾਂ 100% ਹੀ ਗਰੰਟੀ ਹੁੰਦੀ
ਵੀ ਗੁਰੂ ਮੇਰਾ ਪੂਰਾ ਭਾਈ ਹੋਏਗਾ, ਖਸਮ ਤਾਂ ਲਏਗਾ ਰਾਖ। ਜੇ ਮੇਰਾ ਮਾਲਕ ਪੂਰਾ ਹੋਇਆ ਬਚਾ ਲੇਗਾ ਮੈਨੂੰ, ਫਿਰ ਕੋਈ ਖਤਰਾ ਨਹੀਂ। ਕਹਿੰਦੇ ਫਿਰ ਮਾਸਾ ਵੀ ਸ਼ੰਕਾ ਕਰਨ ਦੀ ਲੋੜ ਨਹੀਂ। ਹਾਂ, ਗੁਰੂ ਬਣਾਉਣ ਲੱਗਿਆ ਜ਼ਰੂਰ ਥੋੜੀ ਜਿਹੀ ਖੋਜ ਕਰ ਲਓ ਕਿ ਮੈਂ ਕਿਸ ਗੁਰੂ ਨੂੰ ਆਪਣਾ ਗੁਰੂ ਮੰਨਦਾ ਪਿਆ ਭਾਈ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਆਸ। ਕਹਿੰਦੇ ਸਭ ਦੁਆਰ ਸਾਰੇ ਆਸਰੇ ਛੱਡ ਕੇ ਮਹਾਰਾਜ ਤੁਹਾਡੇ ਦਰ ਤੇ ਆਏ ਆ, ਹੁਣ ਮੇਰੀ ਬਾਂਹ ਫੜੀ ਦੀ ਲਾਜ ਰੱਖਿਓ। ਪ੍ਰਭ ਜੀ ਤੋ ਕਹਿ ਲਾਜ ਹਮਾਰੀ, ਮਹਾਰਾਜ ਸਾਡੀ ਲਾਜ ਹੁਣ ਤੁਹਾਡੇ ਹੱਥ ਹੈ। ਤੇ ਜਦੋਂ ਪੂਰੇ ਗੁਰੂ ਦੇ ਆਪਾਂ ਲੜ ਲੱਗੇ, ਉਦੋਂ ਬਾਅਦ ਕਹਿੰਦੇ ਲੇਸ ਮਾਤਰ ਫਿਰ ਸ਼ੰਕੇ ਦੀ ਲੋੜ ਨਹੀਂ। ਸਹਿਸਾ ਮੂਲ ਨਾ ਹੋਵੇ, ਸਹਿਸਾ ਮਤਲਬ ਸ਼ੰਕਾ, ਸੰਸਾ। ਕਹਿੰਦੇ ਹੁਣ ਤੈਨੂੰ ਸੰਸਾ ਕਰਨ ਦੀ, ਫਿਕਰ ਕਰਨ ਦੀ ਲੋੜ ਨਹੀਂ ਹੈ। ਸਹਿਸਾ ਮੂਲ ਨਾ ਹੋਵੇ, ਹਉਮੈ ਸ਼ਬਦ ਜਲਾਏ। ਕਿਉਂ? ਕਿਉਂਕਿ ਗੁਰੂ ਨੇ ਜਿਹੜਾ ਸ਼ਬਦ ਦਿੱਤਾ ਨਾ ਜਪਣ ਲਈ ਆਪਾਂ ਨੂੰ, ਉਹਨੇ ਹੰਕਾਰ ਸਾੜ ਦਿੱਤਾ, ਹਉਮੈ ਖਤਮ ਹੋ ਗਈ। ਇਸ ਕਰਕੇ ਜਨਮ ਮਰਨ ਦਾ ਗੇੜ ਹੁਣ ਨਹੀਂ ਪੈ ਸਕਦਾ। ਸਿਰਫ ਹੰਗਤਾ ਵਿੱਚ ਕੀਤੇ ਕਰਮਾਂ ਕਰਕੇ ਗੇੜ ਪੈਂਦਾ। ਕੂੜਾ ਕੀ ਪਾਲ ਵਿੱਚੋਂ ਨਿਕਲਿਆ, ਕਹਿੰਦੇ ਹੁਣ ਤੇ ਕੂੜ ਦੀ ਪਾਲ ਟੁੱਟ ਗਈ। ਸੱਚ ਵਸੈ ਮਨ ਆਏ, ਉਹ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ, ਉਹਦੀ ਯਾਦ, ਉਹਦਾ ਪ੍ਰੇਮ ਹੁਣ ਮਨ 'ਚ ਵਸਿਆ ਆਣ ਕੇ। ਅੰਤਰ ਸ਼ਾਂਤ ਮਨ ਸੁਖ ਹੋਏ। ਕਹਿੰਦੇ ਹੁਣ ਅੰਦਰ ਸ਼ਾਂਤੀ, ਮਨ ਨੂੰ ਸੁਖ ਹੈ। ਸੱਚ ਸੰਜਮ ਕਾਰ ਕਮਾਏ। ਐਸੇ ਫਿਰ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਦੱਸੇ ਹੋਏ ਸੰਜਮ ਵਿੱਚ ਜਿਹੜਾ ਗੁਰਮੁਖ ਕਾਰ ਕਮਾਉਂਦਾ, ਉਹਨੂੰ ਕੋਈ ਸੰਸਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਨਾਨਕ ਪੂਰਾ ਕਰਮ ਸਤਿਗੁਰ ਮਿਲੇ। ਪਰ ਐਸਾ ਕਹਿੰਦੇ ਗੁਰਮੁਖੋ, ਪੂਰਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ। ਬਹੁਤ ਚੰਗੇ ਭਾਗ ਹੋਣ ਤੇ ਫਿਰ ਪੂਰੇ ਗੁਰੂ ਤੇ ਭਰੋਸਾ ਆਉਂਦਾ, ਨਹੀਂ ਤੇ ਪਤਾ ਨਹੀਂ ਕਿੱਥੇ ਤਾਰ ਜੁੜ ਜਾਣੀ ਹੁੰਦੀ। ਨਾਨਕ ਪੂਰਾ ਕਰਮ ਸਤਿਗੁਰ ਮਿਲੇ। ਕਰਮ ਦਾ ਅਰਥ ਬਖਸ਼ਿਸ਼, ਪੂਰੀ ਬਖਸ਼ਿਸ਼ ਹੋਵੇ, ਚੰਗੇ ਲੇਖ ਹੋਣ ਮੱਥੇ ਦੇ, ਤੇ ਫਿਰ ਪੂਰਾ ਸਤਿਗੁਰੂ ਮਿਲਦਾ। ਫਿਰ ਕਹਿੰਦੇ ਨੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਕਹਿੰਦੇ ਹਰੀ ਦੀ ਦਰਗਾਹ ਦਾ ਵਕੀਲ ਹੈ ਪੂਰਾ ਗੁਰੂ, ਤਾਂ ਵਿਚੋਲਾ ਉਹ ਮਿਲਾਉਣ ਵਾਸਤੇ, ਬਸੀਠ ਵਿਚੋਲੇ ਨੂੰ ਕਹਿੰਦੇ। ਨਾਨਕ ਪੂਰੇ ਕਰਮ ਸਤਿਗੁਰ ਮਿਲੇ, ਹਰ ਜੀਓ ਕਿਰਪਾ ਕਰੇ ਰਜਾਏ। ਕਹਿੰਦੇ ਉਹ ਕਿਰਪਾ ਕਰਦਾ ਫਿਰ ਆਪਣੀ ਆਗਿਆ 'ਚ, ਅਕਾਲ ਪੁਰਖ ਵਾਹਿਗੁਰੂ, ਤੇ ਫਿਰ ਪੂਰੇ ਗੁਰੂ ਨਾਲ ਮਿਲਾਪ ਹੁੰਦਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵਾ ਜੁਗ। ਭੇਟਿਆ ਦਾ ਅਰਥ ਹੁੰਦਾ ਮਿਲਣਾ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਪੂਰੇ ਗੁਰੂ ਸਾਹਿਬ ਨਾਲ ਮਿਲਾਪ ਹੁੰਦਾ। ਪੌੜੀ ਜਿਸ ਕੈ ਘਰ ਦੀ ਬਾਣ ਹਰ ਹੋਵੇ। ਕਹਿੰਦੇ ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਆਇਆ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਕਹਿੰਦੇ ਸਭ ਜਗਤ ਫਿਰ ਸਮਝ ਲਓ ਉਹਦੀ ਮੁੱਠੀ 'ਚ ਹੀ ਹੈ। ਜਿਸ ਦੇ ਹਿਰਦੇ 'ਚ ਪ੍ਰਮਾਤਮਾ ਪ੍ਰਗਟ ਹੋਇਆ ਨਾ, ਸਾਰਾ ਜਗਤ ਉਹਦੀ ਮੁੱਠੀ 'ਚ। ਮੁੱਠੀ ਵਿੱਚ ਜਿਹੜੀ ਚੀਜ਼ ਉਹ ਆਪਾਂ ਸਮਝਦੇ ਹਾਂ ਮੇਰੀ ਹੈ ਭਾਈ, ਇਹ ਮੇਰੇ ਅਧੀਨ ਹੈ, ਜੋ ਸਾਡੀ ਮੁੱਠ 'ਚ ਹੈ ਉਹ ਆਪਣੇ ਅਧੀਨ ਹੈ, ਆਪਣੇ ਕਾਬੂ 'ਚ ਹੈ ਉਹ। ਕਹਿੰਦੇ ਜਿਸ ਦੇ ਹਿਰਦੇ 'ਚ ਪ੍ਰਮਾਤਮਾ ਪ੍ਰਗਟ ਹੈ ਗੁਰਮੁਖੋ, ਸਾਰਾ ਸੰਸਾਰ ਸਮਝ ਲਓ ਉਹਦੀ ਮੁੱਠ 'ਚ ਹੈ। ਜਿਸ ਕਾ ਘਰ ਦੀ ਬਾਣ ਹਰ ਹੋਵੇ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਤਿਸ ਕੋ ਤਲਕੀ ਕਿਸੇ ਦੀ ਨਾਹੀ। ਕਹਿੰਦੇ ਉਹਨੂੰ ਫਿਰ ਕਿਸੇ ਦੀ ਮੁਥਾਜਗੀ ਨਹੀਂ ਹੁੰਦੀ। ਹਰ ਦੀ ਬਾਣ ਸਭ ਆਣ ਪੈਰੀ ਪਾਇਆ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਭਗਤਾਂ ਦੇ ਪੈਰੀ ਪਾ ਦਿੱਤਾ ਸਾਰਾ ਸੰਸਾਰ। ਜਿਸ ਭਗਤ ਰਵਿਦਾਸ ਜੀ ਨੂੰ ਲੋਕ ਮੱਥੇ ਨਹੀਂ ਸੀ ਲਾ ਕੇ ਰਾਜੀ, ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਉਸ ਭਗਤ ਰਵਿਦਾਸ ਜੀ ਤੋਂ ਚਾਰੇ ਵਰਨ ਨਾਨਕੇ ਹੁਣ ਉਪਦੇਸ਼ ਲੈਂਦੇ। ਕਿਉਂਕਿ ਪ੍ਰਮਾਤਮਾ ਨੇ ਕਿਰਪਾ ਕੀਤੀ, ਦੁਨੀਆ ਪੈਰੀ ਪਾਤੀ ਸਾਰੀ। ਆਪ ਭਗਤ ਰਵਿਦਾਸ ਜੀ ਕਹਿੰਦੇ, ਉਹ ਕਹਿੰਦੇ ਹੁਣ ਉਹ ਵੱਡੇ ਵੱਡੇ ਪੰਡਤ ਆਣ ਕੇ ਮੈਨੂੰ ਨਮਸਕਾਰਾਂ ਕਰਦੇ। ਮੇਰੀ ਜਾਤ ਕੁਟ ਬਾਂਡਲਾ ਢੋਰ ਢਵੰਤਾ ਨਿਤਹਿ ਬਨਾਰਸੀ ਆਸ ਪਾਸ ਸਭ ਵਿਪਰ ਪ੍ਰਧਾਨ ਤੇ ਕਰਹਿ ਡੰਡੌਤ। ਤੇਰਾ ਨਾਮ ਸਰਣਾਏ ਰਵਿਦਾਸ ਦਾਸਾ। ਭਗਤ ਰਵਿਦਾਸ ਜੀ ਕਹਿੰਦੇ ਤੇਰੇ ਨਾਮ ਦੀ ਕਿਰਪਾ ਕਰਕੇ ਹੁਣ ਸਾਰੇ ਪੰਡਤ ਵੀ ਆਣ ਕੇ ਮੈਨੂੰ ਡੰਡੌਤ ਕਰਦੇ। ਤਿਸ ਕੋ ਤਲਕੀ ਕਿਸੇ ਦੀ ਨਾ ਹੀ ਹਾਰ ਦੀ ਬਾਣ ਸਭ ਆਣ ਪੈਰੀ ਪਾਇਆ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਗਤਾਂ ਦੇ ਪੈਰੀ ਪਾ ਦਿੱਤੀ ਸਾਰੀ ਦੁਨੀਆ। ਵੱਡੇ ਵੱਡੇ ਹੰਕਾਰੀ ਵੀ ਫਿਰ ਉਹਨਾਂ ਭਗਤਾਂ ਦੇ ਚਰਨਾਂ ਤੇ ਨਿਉਂਦੇ।
ਜਿਹੜਾ ਰਾਜਾ ਕਹਿੰਦਾ ਸੀ ਭਗਤ ਨਾਮਦੇਵ ਨੂੰ ਤੂੰ ਗਊ ਜਿਉਂਦੀ ਕਰਨੇ ਤੇ ਤੈਨੂੰ ਮਾਰ ਦਾਂਗਾ, ਜਦੋਂ ਕੌਤਕ ਮਹਾਰਾਜ ਨੇ ਵਰਤਾ ਦਿੱਤਾ, ਭਗਤ ਦੀ ਜੈ ਜੈਕਾਰ ਕਰਵਾ ਦਿੱਤੀ, ਉਹ ਹੀ ਭਗਤ ਨਾਮਦੇਵ ਦੇ ਚਰਨਾਂ 'ਚ ਡਿੱਗ ਕੇ ਕਹਿੰਦਾ ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਕਹਿੰਦਾ ਹਿੰਦੂ ਭਗਤਾ ਜਿਵੇਂ ਗਊ ਨਾ ਸਮਝ ਲਾ, ਮੈਨੂੰ ਆਪਣੀ ਗਊ ਹੀ ਸਮਝ, ਮੈਨੂੰ ਬਖਸ਼ ਦੇ, ਮੇਰੇ ਕੋਲ ਗਲਤੀ ਹੋ ਗਈ। ਕਿਉਂ? ਪਰਮਾਤਮਾ ਨੇ ਕਲਾ ਵਰਤਾਈ ਤੇ ਫਿਰ ਜਿਹੜੇ ਸੰਸਾਰੀ ਲੋਕ ਹੈ ਉਹ ਭਗਤਾਂ ਦੇ ਚਰਨੀ ਪੈਂਦੇ। ਮਾਨਸਾ ਕਿਉਂ ਦੀ ਬਾਣੋ ਕੋਈ ਨਸ ਭੱਜ ਨਿਕਲੇ, ਕਹਿੰਦੇ ਮਨੁੱਖ ਦੀ ਕਚਹਿਰੀ ਚੋਂ ਤਾਂ ਕੋਈ ਦੌੜ ਭੱਜ ਸਕਦਾ, ਕੋਈ ਹੇਰਾ ਫੇਰੀ ਚਲਾਕੀ ਕਰ ਲੇਗਾ। ਮਾਨਸਾ ਕਿਉਂ ਦੀ ਬਾਣੋ ਕੋਈ ਨਸ ਭੱਜ ਨਿਕਲੇ, ਹਰ ਦੀ ਬਾਣੋ ਕੋਈ ਕਿੱਥੇ ਜਾਏ। ਚੌਥੇ ਪਾਤਸ਼ਾਹ ਕਹਿੰਦੇ ਰੱਬ ਦੀ ਸ਼ਰਨ ਚੋਂ ਕਿੱਥੇ ਦੌੜ ਜਾਏਗਾ, ਰੱਬ ਦੀ ਕਚਹਿਰੀ ਚੋਂ ਕਿੱਥੇ ਭੱਜ ਸਕਦਾ ਬੰਦਾ। ਬੰਦੇ ਦੀ ਕਚਹਿਰੀ 'ਚ ਤਾਂ ਕੋਈ ਝੂਠ ਫਰੇਬ ਕਰ ਲੂ, ਪਰਮਾਤਮਾ ਦੀ ਕਚਹਿਰੀ 'ਚ ਤਾਂ ਝੂਠ ਨਹੀਂ ਚੱਲਣਾ। ਮਾਨਸਾ ਕਿਉਂ ਦੀ ਬਾਣੋ ਕੋਈ ਨਸ ਭੱਜ ਨਿਕਲੇ, ਹਾਰ ਦੀ ਬਾਣੋ ਕੋਈ ਕਿੱਥੇ ਜਾਇਆ। ਕਹਿੰਦੇ ਪਰਮਾਤਮਾ ਤੋਂ ਭੱਜ ਕੇ ਕਿੱਥੇ ਜਾ ਸਕਦਾ ਕੋਈ। ਜੇ ਪਰਮਾਤਮਾ ਭਗਤਾਂ ਦੀ ਜੈ ਜੈਕਾਰ ਕਰਾ ਕੇ ਸੰਸਾਰ ਉਹਨਾਂ ਦੇ ਚਰਨੀ ਪਾਉਂਦਾ ਤੇ ਕੋਈ ਸੰਸਾਰ ਦਾ ਆਕੀ ਨਹੀਂ ਜਿਹੜਾ ਆਖੇ ਪਰਮਾਤਮਾ ਦੇ ਸਾਹਮਣੇ ਵੀ ਮੈਂ ਭੱਜ ਜਾਣਾ, ਮੈਂ ਨਹੀਂ ਚਰਨੀ ਪੈਣਾ। ਸੋ ਐਸਾ ਹਰ ਦੀ ਬਾਣ ਵਸਿਆ ਭਗਤਾਂ ਕੈ ਹਿਰਦੈ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਆਸਰਾ ਸਭ ਦਾ, ਉਹ ਭਗਤਾਂ ਦੇ ਹਿਰਦੇ 'ਚ ਪ੍ਰਗਟ ਹੋ ਆਇਆ, ਉਹ ਵਸਿਆ ਹਿਰਦੇ 'ਚ। ਸੋ ਐਸਾ ਹਰ ਦੀ ਬਾਣ ਵਸਿਆ ਭਗਤਾਂ ਕੈ ਹਿਰਦੈ, ਤਿਨ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਕਹਿੰਦੇ ਸਭ ਰਹਿੰਦੇ ਖੁੰਦੇ ਇਕੱਠੇ ਕਰਕੇ ਪ੍ਰਮਾਤਮਾ ਨੇ ਭਗਤਾਂ ਦੇ ਅੱਗੇ ਖੜੇ ਕਰਤੇ, ਭਗਤਾਂ ਦੇ ਚਰਨੀ ਲਾ ਦਿੱਤੇ। ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ। ਪਰ ਕਹਿੰਦੇ ਇਨਾਮ ਦੀ ਵਡਿਆਈ ਇਹ ਪ੍ਰਮਾਤਮਾ ਦੀ ਬਖਸ਼ਿਸ਼, ਗੁਰੂ ਦੀ ਬਖਸ਼ ਨਾਲ ਪ੍ਰਾਪਤ ਹੁੰਦੀ। ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ। ਗੁਰਮੁਖ ਵਿਰਲੇ ਕਨੇ ਧਿਆਇਆ, ਉਹ ਵਿਰਲੇ ਗੁਰਮੁਖ ਨੇ ਜਿਨ੍ਹਾਂ ਨੇ ਪ੍ਰਤੀਤ ਕਰਕੇ ਭਰੋਸਾ ਕਰਕੇ ਧਿਆਇਆ ਮਹਾਰਾਜ ਨੂੰ। ਵਿਰਲੇ ਨੇ, ਬਹੁਤ ਲੋਕਾਂ ਦਾ ਬਹੁਤ ਛੇਤੀ ਭਰੋਸਾ ਵੱਜਦਾ ਨਹੀਂ ਹੁੰਦਾ। ਕਹਿੰਦੇ ਵਿਰਲੇ ਨੇ ਜਿਨ੍ਹਾਂ ਨੇ ਪ੍ਰਤੀਤ ਕਰਕੇ ਭਰੋਸਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ, ਗੁਰੂ ਸਾਹਿਬ ਜੀ ਨੂੰ ਧਿਆਇਆ, ਉਹਨਾਂ ਦੇ ਚਰਨੀ ਸੰਸਾਰ ਲਾ ਦਿੱਤਾ ਸਾਰਾ ਪ੍ਰਮਾਤਮਾ ਨੇ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਕਿਰਪਾ ਕੀਤੀ। ਮਹਾਰਾਜ ਰਹਿਮਤ ਕਰਨ ਆਪਣੀ ਸਭ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋਵੇ। ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸਭ ਨੂੰ ਨਿਤਨੇਮ ਦੀ ਦਾਤ ਨਾਮ ਦਾ ਕਣਕਾ ਬਖਸ਼ਣ, ਤਾਂ ਜੋ ਆਪਣਾ ਵੀ ਭਰੋਸਾ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਪਰਪੱਕ ਹੋਵੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਲੇਖਾ ਕਤੇ ਨਾ ਛੁੱਟੀਆ, ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰਿ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ, ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆ ਸ਼ਬਦ ਤਾ ਗਾਹੋ, ਹਰਿ ਕੇਰਾ ਮਨ ਜਿਨੇ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ, ਹਰਿ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਸਾਰਣਾ ਅੰਗੀਕਾਰ ਹੋ, ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਆਨੰਦ ਵਾਜੇ। ਆਨੰਦ ਸੁਣਹੁ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮੁਸਕਤ ਕਹਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ